मित्र प्यारे हाल मुरीदादा कहना। गुरु नानक पाद पंकज बंदन पाद पंकज बंदन सिमरो अंगद दुख निकंदन। गुर अमरदास हृदय नित त्यागो हृदय नित श्री गुरु रामदास गुण गावो। गुर अर्जन बिघ्नन के नासक बिघ्नन के हर गोविंद शुभ सुमत पर का श्री हर राय नमो कर जोरी नमो कर जो श्री हर कृष्ण नाम बहोरी। गुर तेग बहादुर परम कृपाला जी परम कृपा। श्री गुरु गोबिंद सिंह विशाल तरो तरा पर पुन पुन सीसा जी पुन पुन सीसा। बंदो बार बार जगदी एकंकार सतगुरु तेह प्रसाद सच हो। वाहेगुरु जी की फतेह है विघ्न विनाशन। वाहेगुरु जी की फतेह है विघ्न विनाशन सोए। शाहनवाज गुररोवत्यो सिंगन को तब मार कह पातशाही मैं करूं जा दिल्ली तख्त संभार। वाहिगुरु जी का खालसा वाहिगुरु जी की फतेह। जुगहो जुग अटल चबर छतर तख्त के मालिक सतगुरु धन धन श्री गुरु ग्रंथ साहिब सच्चे पातशाह जी दे पावन पवित्र मुबारक चरणा कवलों पास हाजरियां भर रही गुरु स्वरूप गुरु खालसा साध संगत जी। आप जी सरबत संगतां हाजरियां भर के समूह खालसे पंथ का पावन पवित्र माणमता लड़ीवार इतिहास सरवण कर रहे हो। कल दे दीवाना विच आप जी ने सरवण कीता सी पड़ोल और कटूहे दे इलाके दे विचों भाई सुखा सिंह जी तथा समूह पंथ ने निकलण दा फैसला कीता। इन्हां इलाकिਆਂ विचों ਜਿਹੜੇ घोड़ा सवार सन वो तुरकां दी फौज दे नाल जंग करके इत्थों निकल गए। दूसरे पासे ਜਿਹੜੇ पैदल सन वो पहाड़ां नूं चढ़ गए। भाई सुखा सिंह जी रावी नदी नूं पार करके दरिया नूं पार करके जदों अगे वधन लगे तुरकां नाल जंग भी होया। उत्थे भी ਸਿੰਘਾਂ ने इन्हां दा डट के मुकाबला कीता पर मुसीबत ਸਿੰਘਾਂ ਦਾ ਪਿੱਛਾ नहीं सी छड्ड रही। इत्थों अगे वधे
ਰੇਤ ਇੰਨੀ ਕੁ ਤਪਦੀ ਸੀ ਕਿ ਸਿੰਘਾਂ ਦੇ ਪੈਰ ਸੜਨ ਲੱਗ ਪਏ ਤੇ ਉਹਨਾਂ ਨੇ ਸਰੀਰ ਦੇ ਕੱਪੜੇ ਪਾੜ ਕੇ ਪੈਰਾਂ ਤੇ ਲਪੇਟੇ। ਇੱਦਾਂ ਯਤਨ ਕਰਕੇ ਸਿੰਘ ਮਾਝੇ ਦੇ ਇਲਾਕੇ ਵਿੱਚ ਹੁੰਦਿਆਂ ਹੋਇਆਂ ਮਾਲਵੇ ਵਿੱਚ ਜੈਤੋ ਪਿੰਡ ਸੀ, ਉਸ ਪਿੰਡ ਵਿੱਚ ਜਾ ਪਹੁੰਚੇ ਤੇ ਭਾਈ ਸੁੱਖਾ ਸਿੰਘ ਜੀ ਉਹਨਾਂ ਦੀ ਲੱਤ ਘੋੜੇ ਨਾਲੋਂ ਖੋਲ ਕੇ ਵੈਦ ਨੂੰ ਸੱਦ ਕੇ ਜ਼ਖਮ ਦਾ ਇਲਾਜ ਕੀਤਾ ਗਿਆ। 6 ਮਹੀਨੇ ਦੇ ਵਿੱਚ ਫਿਰ ਤਿਆਰ ਬਰ ਤਿਆਰ ਹੋ ਗਏ। ਇੱਧਰ ਜਿਹੜੇ ਪੈਦਲ ਸਿੰਘ ਪਹਾੜਾਂ ਨੂੰ ਚੜ੍ਹ ਗਏ ਸਨ, ਕੁਝ ਪਹਾੜੀਆਂ ਨੇ ਸ਼ਹੀਦ ਕਰ ਦਿੱਤੇ, ਕੁਝ ਸਿੰਘ ਤੁਰਕਾਂ ਦੇ ਹੱਥ ਆ ਗਏ ਤੇ ਜਿਹੜੇ ਸਿੰਘ ਬਚ ਗਏ ਸਨ ਉਹਨਾਂ ਨੇ ਵਿਉਂਤਬੰਦੀ ਬਣਾਈ, ਉਹਨਾਂ ਨੇ ਭੇਖ ਵਟਾ ਲਿਆ। ਜਦੋਂ ਕੋਈ ਤਰੀਕਾ ਨਹੀਂ ਸੀ ਲੱਭਦਾ ਬਚਣ ਦਾ, ਲੰਗਰ ਪਾਣੀ ਤੋਂ ਵੀ ਤੋਟ ਸੀ, ਫਿਰ ਸਿੰਘਾਂ ਨੇ ਰੱਸੀਆਂ ਲੈ ਕੇ ਸੀਸ ਤੇ ਬੰਨ੍ਹ ਲਈਆਂ, ਜਟਾਵਾਂ ਬਣਾ ਲਈਆਂ ਤੇ ਇੱਥੋਂ ਨਿਕਲ ਕੇ ਕਈ ਸਿੰਘ ਜਿਹੜੇ ਸਨ ਉਹ ਮੰਡੀ 'ਚ ਆ ਗਏ। 6 ਮਹੀਨਾ ਉਹਨਾਂ ਨੇ ਉੱਥੇ ਗੁਜ਼ਾਰੇ। ਮੰਡੀ ਇਹ ਰਿਆਸਤ ਹੈ ਪਹਾੜੀ ਇਲਾਕੇ ਦੀ, ਇੱਥੇ ਨਕਟੀ ਰਾਣੀ ਹੁੰਦੀ ਸੀ, ਉਹਦੇ ਇਲਾਕੇ ਵਿੱਚ ਰਹਿ ਕੇ ਸਿੰਘਾਂ ਨੇ ਸਮਾਂ ਗੁਜ਼ਾਰਿਆ। ਕੁਝ ਸਿੰਘ ਜਿਹੜੇ ਸਨ ਉਹ ਪੜੋਲ ਤੇ ਕਠੂਏ ਰੁਕ ਗਏ, ਉੱਥੇ ਹੀ ਸਿੰਘਾਂ ਨੇ ਰਹਿ ਕੇ ਖੇਤੀ ਆਦਿ ਕਰਕੇ ਗੁਜ਼ਾਰਾ ਕੀਤਾ ਤੇ 6 ਮਹੀਨੇ ਬਾਅਦ ਫਿਰ ਸਿੰਘ ਇਕੱਠੇ ਹੋਏ ਕੀਰਤਪੁਰ ਸਾਹਿਬ। 6 ਮਹੀਨਿਆਂ ਬਾਅਦ ਫਿਰ ਸਿੰਘਾਂ ਨੂੰ ਪਤਾ ਲੱਗਿਆ ਵੀ ਕਿਹੜੇ ਸ਼ਹੀਦ ਹੋ ਗਏ ਨੇ ਤੇ ਕਿਹੜੇ ਬਚ ਗਏ ਨੇ। ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ ਕੋਈ ਕਹਿੰਦਾ ਵੀ 40,000 ਸਿੰਘ ਸ਼ਹੀਦ ਹੋ ਗਏ ਇਸ ਘੱਲੂਘਾਰੇ ਵਿੱਚ, ਕੋਈ ਕਹਿੰਦਾ ਸੀ ਵੀ 40,000 ਕੁੱਲ ਸਿੰਘ ਸਨ, 6-7 ਹਜ਼ਾਰ ਸਿੰਘ ਬਚ ਗਿਆ ਤੇ ਬਾਕੀ ਸ਼ਹੀਦ ਹੋ ਗਏ। ਕੋਈ ਕਹਿੰਦਾ ਵੀ 50,000 ਸਿੰਘਾਂ ਦਾ ਦਲ ਸੀ ਜਿਹਦੇ ਵਿੱਚੋਂ 40,000 ਸਿੰਘ ਸ਼ਹੀਦ ਹੋਇਆ ਹੈ। ਸੋ ਕਰੀਬਨ ਇਉਂ ਕਹਿ ਲਈਏ ਕਿ ਜੇ ਸਾਰੇ ਮਤ ਵੀ ਮਿਲਾਏ ਜਾਣ, ਵੱਖਰੀ ਵੱਖਰੀ ਵਿਚਾਰ ਵੀ ਜੇ ਮਿਲਾਈ ਜਾਏ ਤੇ ਕਿਉਂ ਇਉਂ ਕਹਿ ਲਓ ਵੀ 35,000 ਤੋਂ ਲੈ ਕੇ 40,000 ਸਿੰਘ ਸ਼ਹੀਦ ਹੋਇਆ 6 ਮਹੀਨਿਆਂ ਦੇ ਵਿੱਚ ਜਿਹੜਾ ਇਹ ਘੱਲੂਘਾਰਾ ਹੋਇਆ ਸੀ ਕਾਹਨੂੰਵਾਨ ਦੀ ਛੰਮਾਂ ਦੇ ਕੋਲ। ਸੋ ਇਸ ਪ੍ਰਕਾਰ 6 ਮਹੀਨਿਆਂ ਬਾਅਦ ਸਿੰਘ ਫਿਰ ਤਿਆਰ ਬਰ ਤਿਆਰ ਹੋ ਗਏ। 1803 ਬਿਕਰਮੀ ਸੰਮਤ ਦੇ ਵਿੱਚ ਇਹ ਘੱਲੂਘਾਰਾ ਸਿੰਘਾਂ ਦੇ ਨਾਲ ਵਰਤਿਆ ਹੈ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰ ਸਿੱਖ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਦੋਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ, ਅੰਤ ਦਾ ਅਤਿਆਚਾਰ ਇਹਨਾਂ ਨੇ ਸਿੰਘਾਂ ਤੇ ਕੀਤਾ। ਲਾਹੌਰ ਦਾ ਜਿਹੜਾ ਨਵਾਬ ਸ਼ਾਹ ਨਿਵਾਜ ਸੀ, ਉਹਦੇ ਮਨ ਦੇ ਅੰਦਰ ਬੜਾ ਗੁਮਾਨ, ਗਰਭ ਹੰਕਾਰ ਵੱਧ ਗਿਆ ਕਿ ਮੈਂ ਸਾਰੇ ਸਿੰਘ ਜਿਹੜੇ ਮਾਰ ਦਿੱਤੇ, ਖਤਮ ਕਰ ਦਿੱਤੇ ਹਨ। ਕਹਿ ਪਾਤਸ਼ਾਹੀ ਮੈਂ ਕਰੂੰ, ਜਾ ਦਿੱਲੀ ਤਖਤ ਸੰਭਾਰ। ਉਹਦਾ ਅੰਦਰ ਦਾ ਸਿਦਕ ਇੰਨਾ ਕੁ ਵੱਧ ਗਿਆ, ਆਖਦਾ ਕਿ ਦਿੱਲੀ ਜਾ ਕੇ ਹੁਣ ਮੈਂ ਪਾਤਸ਼ਾਹੀ ਕਰਾਂਗਾ, ਦਿੱਲੀ ਦਾ ਤਖਤ ਮੈਂ ਸੰਭਾਲ ਲਵਾਂਗਾ, ਇੱਥੋਂ ਦੀ ਬਾਦਸ਼ਾਹੀ ਖੋ ਕੇ ਤੇ ਹਿੰਦੁਸਤਾਨ ਦਾ ਬਾਦਸ਼ਾਹ ਮੈਂ ਬਣ ਜਾਵਾਂਗਾ। ਲੱਖੂ ਸ਼ਾਹ ਨਿਵਾਜ ਸਿਰ ਆਈ ਬੁਰਾਈ ਦੋਏ। ਇਸ ਤਰ੍ਹਾਂ ਲਖਪਤ ਰਾਏ ਤੇ ਸ਼ਾਹ ਨਿਵਾਜ, ਇਹਨਾਂ ਦੋਹਾਂ ਦੇ ਸਿਰ ਤੇ ਹੁਣ ਬੁਰਾਈ ਆ ਗਈ। ਜਿੰਨੇ ਕੁ ਸਿੰਘਾਂ ਦਾ ਕਤਲ ਇਹਨਾਂ ਨੇ ਕੀਤਾ ਹੈ, ਜਿੰਨੇ ਕੁ ਮਾੜੇ ਕੰਮ ਇਹਨਾਂ ਨੇ ਕੀਤੇ, ਇਹਨਾਂ ਦੇ ਕੀਤੇ ਹੋਏ ਮਾੜੇ ਕੰਮਾਂ ਦੀ ਬੁਰਾਈ ਇਹਨਾਂ ਦੇ ਸਿਰ ਤੇ ਆ ਗਈ ਹੈ। ਦੇਖੋ ਸਤਿਗੁਰ ਕੀ ਕਲਾ, ਕਿਆ ਹੁਣ ਸਿਰ ਹੋਣੀ ਹੋਏ। ਭਾਈ ਰਤਨ ਸਿੰਘ ਜੀ ਕਹਿੰਦੇ ਸਤਿਗੁਰ ਜੀ ਦੀ ਕਲਾ ਵੇਖੋ, ਉਹਨਾਂ ਦੇ ਸਿਰ ਦੇ ਉੱਪਰ ਹੋਣੀ ਹੁਣ ਕਿਵੇਂ ਹੁੰਦੀ ਹੈ। ਭਾਵ ਜੋ ਕੁਝ ਉਹਨਾਂ ਨੇ ਮਾੜੇ ਕੰਮ ਕੀਤੇ ਜੇ, ਉਹਨਾਂ ਦਾ ਕੀ ਫਲ ਉਹਨਾਂ ਨੂੰ ਪ੍ਰਾਪਤ ਹੋਣਾ, ਇਹ ਗੁਰੂ ਦੀ ਕਲਾ ਵੇਖੋ। ਐ ਭਾਵੀ ਕੋ ਭਾਵਿਓ, ਵੱਡ ਪਾਪੀਓ ਪਾਪ ਕਰਾਏ। ਅਸਲ ਵਿੱਚ ਜਿਹੜੀ ਭਾਵੀ ਹੈ ਨਾ, ਜਿਹਨੂੰ ਆਪਾਂ ਹੋਣਹਾਰੀ ਕਹਿੰਦੇ ਆ, ਉਹਦਾ ਸੁਭਾਅ ਹੀ ਇਹੋ ਜਿਹਾ ਹੈ। ਜਿਹੜੇ ਵੱਡੇ ਵੱਡੇ ਪਾਪੀ ਜਦੋਂ ਉਹ ਪਾਪ ਕਰਦੇ ਨੇ ਨਾ, ਪਹਿਲਾਂ ਹੋਣਹਾਰੀ ਉਹਨੂੰ ਪਾਪ ਕਰਨ ਦਿੰਦੀ ਵੀ ਕਰੀ ਜਾਓ, ਜਿੰਨਾ ਤੁਹਾਡਾ ਮਨ ਕਰਦਾ ਨਾ ਓਨੇ ਪਾਪ ਕਰੋ।
ਉਡੀਕ ਕਰਦੀ ਆ ਵੀ ਕਦੋਂ ਪਾਪ ਦਾ ਘੜਾ ਇਹਨਾਂ ਦਾ ਭਰੇ। ਹੋਣਹਾਰੀ ਉਹਨਾਂ ਦੀ ਮੱਤ ਮਾਰ ਕੇ ਉਹਨਾਂ ਕੋਲੋਂ ਹੋਰ ਜ਼ਿਆਦਾ ਪਾਪ ਕਰਾਉਂਦੀ ਹੈ, ਜਿਹੜੇ ਇਹੋ ਜਿਹੇ ਦੁਸ਼ਟ ਪਾਪੀ ਹੁੰਦੇ ਹਨ। ਭਾਰੋ ਭਾਰੋ ਹੋਏ ਵਜਨ ਤੇ ਬੇੜੋ ਭਰਿਓ ਡੁਬਾਏ। ਜਦੋਂ ਬੇੜਾ ਪਾਣੀ ਵਿੱਚ ਠੇਲ ਦਈਏ ਨਾ, ਹੁਣ ਜਿੰਨੀ ਕੁ ਉਹਦੀ ਲਿਮਟ ਹੈ ਓਨਾ ਕੁ ਤੋਂ ਵਜਨ ਸਹਾਰ ਲੈਂਦਾ ਹੈ। ਜਦੋਂ ਉਹਦੇ ਵਿੱਚ ਤੁਸੀਂ ਹੋਰ ਜ਼ਿਆਦਾ ਵਜਨ ਪਾਈ ਜਾਓਗੇ ਆਖਰ ਬੇੜਾ ਤਾਂ ਡੁੱਬਣਾ ਹੀ ਹੈ ਨਾ। ਜਦੋਂ ਵਜਨ ਉਹਦੀ ਹੈਸੀਅਤ ਦੇ ਮੁਤਾਬਕ ਜਾਂ ਉਸ ਤੋਂ ਵੱਧ ਰੱਖਿਆ ਜਾਏ ਫਿਰ ਬੇੜਾ ਕਦੇ ਪਾਣੀ 'ਚ ਠਹਿਰਦਾ ਨਹੀਂ। ਇਨ ਬਿਨ ਇਸੇ ਪ੍ਰਕਾਰ ਜਦੋਂ ਜੀਵਨ ਦੇ ਬੇੜੇ ਵਿੱਚ ਪਾਪ ਦੇ ਵੱਟੇ ਮਨੁੱਖ ਪਾਉਂਦਾ ਹੈ, ਅਖੀਰ ਮਨੁੱਖ ਦੇ ਜੀਵਨ ਦਾ ਬੇੜਾ ਡੁੱਬ ਜਾਂਦਾ ਹੈ। ਹੋਰ ਕਹਿ ਤਿਸ ਕਿਆ ਕਹੂੰ ਗੁਰ ਕਹਿਨੋ ਦਿਓ ਹਟਾਏ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੋਰ ਕਹਿਣ ਦੀਆਂ ਗੱਲਾਂ ਵੱਖਰੀਆਂ ਨੇ, ਮੈਂ ਹੋਰ ਕੀ ਕਹਾਂ। ਲਖਪਤ ਰਾਏ ਨੇ ਗੁਰੂ ਸ਼ਬਦ ਕਹਾਣਾ ਤੇ ਕਹਿਣਾ ਬੰਦ ਕਰ ਦਿੱਤਾ। ਲਖਪਤ ਰਾਏ ਨੇ ਕਿਹਾ ਵੀ ਅੱਜ ਤੋਂ ਬਾਅਦ ਕਿਸੇ ਨੇ ਗੁਰੂ ਸ਼ਬਦ ਨਹੀਂ ਕਹਿਣਾ ਲਾਹੌਰ ਪੰਜਾਬ ਦੇ ਵਿੱਚ। ਜੇਕਰ ਮੈਂ ਕਿਸੇ ਦੇ ਮੂੰਹ ਤੋਂ ਸੁਣ ਲਿਆ ਨਾ ਕੋਈ ਗੁਰੂ ਗੁਰੂ ਕਹਿੰਦਾ ਹੈ, ਉਹਨੂੰ ਫੜ ਕੇ ਮੈਂ ਨਾਸ਼ ਕਰ ਦਿਆਂਗਾ ਜਾਂ ਉਹਨੂੰ ਮੈਂ ਮੁਸਲਮਾਨ ਬਣਾ ਦਿਆਂਗਾ। ਗੁੜ ਕਹਿਣੇ ਮੈਂ ਗੁਰ ਸੁਣਿਓ ਮਿਠਾਈ ਦਿਓ ਖਾਏ। ਕਹਿੰਦਾ ਹੈ ਕਿ ਜਦੋਂ ਤੁਸੀਂ ਗੁੜ ਕਹਿੰਦੇ ਹੋ ਨਾ, ਇਦਾਂ ਭਾਵ ਹੁੰਦਾ ਜਿਵੇਂ ਗੁਰੂ ਕਹਿ ਰਹੇ ਹੋ। ਅੱਜ ਤੋਂ ਬਾਅਦ ਕਿਸੇ ਨੇ ਗੁੜ ਨੂੰ ਗੁੜ ਨਹੀਂ ਕਹਿਣਾ, ਮਿਠਾਈ ਕਹਿਣਾ ਜਾਂ ਰੋੜੀ ਕਹਿਣਾ ਹੈ। ਗੁੜ ਨੂੰ ਵੀ ਰੋੜੀ ਕਹਿਣ ਤੇ ਉਹਨੇ ਲਾ ਦਿੱਤਾ। ਇਹੋ ਜਿਹੇ ਪਾਪ ਇਹੋ ਜਿਹੇ ਅਤਿਆਚਾਰ ਉਹਨੇ ਕੀਤੇ ਹਨ। ਚੌਪਈ ਤਬ ਲਖੂ ਨੇ ਹੋਕਾ ਦਵਾਇਓ। ਫਿਰ ਲਖੂ ਨੇ ਲਾਹੌਰ ਪੰਜਾਬ ਦੇ ਵਿੱਚ ਹੋਕਾ ਦਵਾ ਦਿੱਤਾ ਹੈ। ਨਾਨਕ ਕੋ ਨਾਨੂ ਕਹਿਵਾਇਓ। ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਾਨੂ ਕਹਿਵਾਇਆ। ਭਾਵ ਕਿ ਕਿਸੇ ਨੇ ਗੁਰੂ ਨਾਨਕ ਸਾਹਿਬ ਨਹੀਂ ਕਹਿਣਾ, ਨਾਨੂ ਕਹਿਣਾ। ਗੁਰੂ ਸਾਹਿਬ ਦਾ ਪਾਵਨ ਪਵਿੱਤਰ ਨਾਮ ਜਿਹੜਾ ਹੈ ਉਹ ਵਿਗਾੜ ਦਿੱਤਾ। ਨਾਨਕ ਤੋਂ ਨਾਨੂ ਸ਼ਬਦ ਉਹਨੇ ਪ੍ਰਚਲਿਤ ਕੀਤਾ। ਨਾਨਕ ਬਾਣੀ ਸੁਨੇ ਜੋ ਕਾਨ। ਹੁਕਮ ਕਰ ਦਿੱਤਾ ਕਿ ਜਿਹੜਾ ਵੀ ਮਨੁੱਖ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਪਣੇ ਕੰਨਾਂ ਦੇ ਨਾਲ ਸੁਣੇਗਾ ਤੇ ਜ਼ਬਾਨ ਦੇ ਨਾਲ ਗਾਵੇਗਾ, ਤਾਹੀਂ ਕਰਾਵੋ ਮੁਸਲਮਾਨ। ਉਸ ਨੂੰ ਮੈਂ ਮੁਸਲਮਾਨ ਬਣਾ ਦਿਆਂਗਾ। ਜਿਹੜਾ ਬਾਣੀ ਗੁਰੂ ਨਾਨਕ ਸਾਹਿਬ ਦੀ ਸੁਣੇਗਾ, ਉਹਨਾਂ ਦੀ ਬਾਣੀ ਪੜ੍ਹੇਗਾ, ਉਹਨਾਂ ਦੀ ਬਾਣੀ ਨੂੰ ਗਾਇਨ ਕਰੇਗਾ, ਉਹਨੂੰ ਮੈਂ ਜ਼ਬਰਦਸਤੀ ਮੁਸਲਮਾਨ ਬਣਾ ਦਿਆਂਗਾ। ਗ੍ਰੰਥ ਪੋਥੀ ਹੱਥ ਆਵਹਿ ਵਾਹੇ। ਸਾਧ ਸੰਗਤ ਜੀ, ਲਖਪਤ ਰਾਏ ਦੇ ਹੱਥ ਕੋਈ ਗ੍ਰੰਥ ਆ ਜਾਂਦਾ ਹੈ, ਕੋਈ ਬਾਣੀ ਦੀ ਪੋਥੀ ਆ ਜਾਂਦੀ ਹੈ। ਛੱਡ ਦਰਿਆਏ ਡੁਬਾਵੇ ਤਾਹੇ। ਇਹ ਜਾ ਕੇ ਪਾਵਨ ਪਵਿੱਤਰ ਬਾਣੀ ਦੇ ਗ੍ਰੰਥ ਜਿਹੜੇ ਨੇ ਦਰਿਆ ਵਿੱਚ ਡੁਬੋ ਦਿੰਦਾ ਹੈ। ਕਹਿ ਮੈਂ ਨਾਨਕ ਪੰਥ ਮਿਟਾਊਂ। ਇਹ ਗੱਲ ਕਹਿਣ ਲੱਗ ਪਿਆ ਕਿ ਮੈਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਪੰਥ ਹੈ ਨਾ ਉਹ ਮੇਟ ਦਿਆਂਗਾ, ਖਤਮ ਕਰ ਦਿਆਂਗਾ। ਮੈਂ ਵੀ ਖੱਤਰੀ ਤਉ ਕਹਾਊਂ। ਫਿਰ ਮੈਂ ਆਪਣੇ ਆਪ ਨੂੰ ਖੱਤਰੀ ਕਹਾਵਾਂਗਾ। ਕਿਉਂ? ਇਹ ਕਹਿੰਦਾ ਸੀ ਇੱਕ ਉਹ ਖੱਤਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਇਹ ਪੰਥ ਚਲਾਇਆ, ਸਿੱਖ ਪੰਥ। ਇੱਕ ਮੈਂ ਖੱਤਰੀ ਜਿਹੜਾ ਸਿੱਖ ਪੰਥ ਨੂੰ ਮਿਟਾ ਦਿਆਂਗਾ। ਜੇ ਮੈਂ ਸਿੱਖ ਪੰਥ ਨੂੰ ਮਿਟਾਵਾਂਗਾ ਫਿਰ ਮੈਂ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਨੂੰ ਮੇਟਣ ਵਾਲਾ ਅਖਵਾਵਾਂਗਾ। ਫਿਰ ਆਪਣੇ ਆਪ ਨੂੰ ਪੰਥ ਮੈਂ ਇਸੇ ਪ੍ਰਕਾਰ ਆਪਣੇ ਆਪ ਨੂੰ ਖੱਤਰੀ ਅਖਵਾਵਾਂਗਾ। ਉਹਨਾਂ ਨੇ ਸਿੱਖ ਧਰਮ ਚਲਾਇਆ, ਉਹ ਖੱਤਰੀ ਸਨ। ਮੈਂ ਸਿੱਖ ਧਰਮ ਨੂੰ ਮਿਟਾਵਾਂਗਾ ਤੇ ਮੈਂ ਵੀ ਖੱਤਰੀ ਹਾਂ। ਦੋਹਰਾ ਜਬੈ ਜਗਤ ਮੈਂ ਯੋ ਭਈ ਸੁਨੀ ਬਾਤ ਰਗਾਹੇ। ਜਦੋਂ ਜਗਤ ਵਿੱਚ ਅਤਿਆਚਾਰ ਵੱਧ ਗਿਆ, ਪਾਪ ਵੱਧ ਗਿਆ, ਤੇ ਇਸ ਤਰ੍ਹਾਂ ਧਰਤੀ ਦੇ ਉੱਪਰ ਜਦੋਂ ਪਾਪ ਵੱਧ ਗਏ ਤੇ ਦਰਗਾਹ ਦੇ ਵਿੱਚ ਇਹ ਗੱਲ ਸੁਣੀ ਗਈ ਹੈ। ਤੋ ਪਾਰਖਦ ਕਰਤੇ ਪੁੱਛੈ ਇਹ ਕਿਆ ਭਈ ਰਜਾਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਜਿਹੜੇ ਪਾਰਖਦ ਸਨ, ਉਹਨਾਂ ਦੇ ਦਰਬਾਰੀ ਸਨ, ਸੇਵਕ ਸਨ। ਅਕਾਲ ਪੁਰਖ ਜੀ ਨੇ ਉਹਨਾਂ ਨੂੰ ਪਾਸ ਸੱਦ ਕੇ ਇਹ ਗੱਲ ਪੁੱਛੀ ਹੈ। ਜੋ ਪਈ ਤਬੈ ਪਾਰਖਦ ਐਸੀ ਕਹੀ। ਅਕਾਲ ਪੁਰਖ ਕਹਿਣ ਲੱਗੇ ਧਰਤੀ ਤੇ ਕੀ ਵਰਤਾਰਾ ਵਰਤ ਰਹੇ ਹੈ। ਇਉਂ ਜਾਪਦਾ ਜੈਸੇ ਹਨੇਰਾ ਹੀ ਹਨੇਰਾ ਧਰਤੀ ਉੱਪਰ, ਅੰਧਕਾਰ ਹੀ ਅੰਧਕਾਰ ਛਾਇਆ ਹੋਇਆ ਹੈ। ਆਪਣੇ ਸੇਵਕਾਂ ਨੂੰ ਪੁੱਛਦੇ ਅਕਾਲ ਪੁਰਖ, ਤੇ ਅਕਾਲ ਪੁਰਖ ਦੇ ਸੇਵਕ ਜਿਹੜੇ ਪਾਰਖਦ ਸਨ ਉਹ ਬੇਨਤੀ ਕਰਨ ਲੱਗੇ ਹੱਥ ਜੋੜ ਕੇ, ਨਾਨਕ ਕੀ ਨਿੰਦਿਆ ਜਗ ਭਈ। ਹੇ ਅਕਾਲ ਪੁਰਖ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਨਿੰਦਿਆ ਸੰਸਾਰ ਤੇ ਹੋ ਰਹੀ ਹੈ।
ਕਿਉਂ? ਲਖਪਤ ਰਾਏ ਨੇ ਨਾਨਕ ਦੀ ਜਗ੍ਹਾ ਤੇ ਨਾਨੂ ਸ਼ਬਦ ਪ੍ਰਚਲਿਤ ਕਰ ਦਿੱਤਾ। ਗੁਰੂ ਸਾਹਿਬ ਦੀ ਘੋਰ ਨਿੰਦਿਆ ਕਰਨ ਲੱਗਾ, ਲੋਕਾਂ ਕੋਲੋਂ ਨਿੰਦਿਆ ਕਰਵਾਉਣ ਲੱਗਾ। ਗੁਰੂ ਨਾਨਕ ਸਾਹਿਬ ਦੀ ਨਿੰਦਿਆ ਜਿਹੜੀ ਉਹ ਸੰਸਾਰ ਤੇ ਹੋਣ ਲੱਗ ਪਈ ਹੈ। ਤੁਮ ਤਾਕੋ ਕੁਛ ਵੱਟਾ ਨਾ ਲਾਇਓ। ਤੁਸੀਂ ਇਹੋ ਜਿਹੇ ਪਾਪੀਆਂ ਨੂੰ ਕੋਈ ਵੱਟਾ ਨਹੀਂ ਲਾਇਆ। ਵੱਟਾ ਤੋਂ ਭਾਵ ਉਹਨਾਂ ਦੇ ਕੀਤੇ ਹੋਏ ਇਸ ਮਾੜੇ ਕਰਮ ਦੀ ਸਜ਼ਾ ਤੁਸੀਂ ਨਹੀਂ ਦਿੱਤੀ। ਜੋ ਅੰਧੇਰ ਹੋਵੇ ਜਗ ਮੈਂ ਆਇਓ। ਬਾਣੀ ਪੜ੍ਹਨਾ ਉਹਨਾਂ ਨੇ ਸੰਸਾਰ ਵਿੱਚ ਬੰਦ ਕਰਵਾ ਦਿੱਤੀ। ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਲੋਕਾਂ ਨੂੰ ਬਾਣੀ ਪੜ੍ਹਨ ਤੋਂ ਹਟਾ ਦਿੱਤਾ ਕਿ ਬਾਣੀ ਨਹੀਂ ਪੜ੍ਹਨੀ। ਇਸ ਕਰਕੇ ਚਾਰ ਚੁਫੇਰੇ ਹਨੇਰਾ ਛਾ ਗਿਆ। ਸੱਚ ਦਾ ਜਿਹੜਾ ਚੰਦਰਮਾ ਸੀ ਉਹ ਛੁਪ ਗਿਆ, ਸੱਚ ਦਾ ਚੰਦਰਮਾ ਲੁਕ ਗਿਆ। ਹਰ ਪਾਸੇ ਅਮਾਵਸ ਝੂਠ ਦੀ ਕਾਲੀ ਬੋਲੀ ਰਾਤ ਛਾ ਗਈ। ਜੈਸੇ ਚੰਦਰਮਾ ਹੁੰਦਾ ਨਾ, ਪੂਰਨਮਾਸ਼ੀ ਦੀ ਰਾਤ ਹੋਵੇ ਤੇ ਪ੍ਰਕਾਸ਼ ਹੁੰਦਾ ਹੈ। ਜਦੋਂ ਮੱਸਿਆ ਹੁੰਦੀ ਹੈ ਤੇ ਮੱਸਿਆ ਦੀ ਕਾਲੀ ਬੋਲੀ ਰਾਤ ਹਰ ਪਾਸੇ ਅੰਧਕਾਰ ਫੈਲਾ ਦਿੰਦੀ ਹੈ। ਗੁਰੂ ਕੀ ਬਾਣੀ ਚੰਦਰਮੇ ਦੇ ਵਾਂਗੂ ਪ੍ਰਕਾਸ਼ ਕਰਨ ਵਾਲੀ, ਚਾਨਣ ਕਰਨ ਵਾਲੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਕਾਹਦਾ? ਗਿਆਨ ਦਾ ਪ੍ਰਕਾਸ਼, ਬ੍ਰਹਮ ਦਾ ਪ੍ਰਕਾਸ਼, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਹਸਤੀ ਦਾ, ਉਹਨਾਂ ਦੀ ਹੋਂਦ ਦਾ ਪ੍ਰਕਾਸ਼ ਕਰਨ ਵਾਲੀ ਗੁਰੂ ਕੀ ਬਾਣੀ ਹੈ। ਇਹ ਬਾਣੀ ਧੁਰ ਦਰਗਾਹ ਤੋਂ ਆਈ ਹੈ। ਅਗਰ ਸੰਸਾਰ ਵਿੱਚ ਚਾਨਣ ਪ੍ਰਕਾਸ਼ ਹੈ, ਗੁਰੂ ਕੀ ਬਾਣੀ ਦਾ ਹੈ। ਪ੍ਰਭੂ ਦੇ ਪਿਆਰੇ ਬਾਣੀ ਪੜ੍ਹਦੇ, ਅਕਾਲ ਪੁਰਖ ਦਾ ਨਾਮ ਜਪਦੇ ਨੇ। ਨਾਮ ਕਰਕੇ ਹੀ ਸੰਸਾਰ ਦੇ ਵਿੱਚ ਇਹ ਪ੍ਰਕਾਸ਼, ਇਹ ਚਾਨਣਾ ਹੈ। ਇਹ ਸੱਚ ਜਿਹੜਾ ਹੈ ਇਹ ਬਾਣੀ ਕਰਕੇ ਹੀ ਹੈ। ਜਦੋਂ ਬਾਣੀ ਨੂੰ ਸੰਸਾਰ ਵਿੱਚੋਂ ਹਟਾ ਦਿੱਤਾ ਜਾਏ ਤੇ ਅੰਧਕਾਰ ਅੰਧਕਾਰ ਰਹਿ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਕਦੋਂ ਬਾਣੀ ਲੈ ਕੇ ਆਏ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਨਾ, ਭਾਈ ਗੁਰਦਾਸ ਜੀ ਲਿਖਦੇ, ਕਲ ਕਾਤੀ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਚਾਰ ਚਫੇਰੇ ਪਾਪ ਹੀ ਪਾਪ ਪਸਰ ਗਿਆ ਸੀ, ਵਰਤਿਆ ਪਾਪ ਸਬਸ ਜਗ ਮਾਹੀ। ਕਿਉਂਕਿ ਸੱਚ ਖਤਮ ਹੋ ਗਿਆ ਸੰਸਾਰ ਵਿੱਚੋਂ, ਸੱਚ ਅਲੋਪ ਹੋ ਗਿਆ। ਜਿਹੜੇ ਸੱਚ ਬੋਲਣ ਵਾਲੇ ਸਨ ਉਹਨਾਂ ਦਾ ਕਤਲ ਕੀਤਾ ਗਿਆ। ਝੂਠ ਦਾ, ਪਖੰਡ ਦਾ ਭਰਮਾਰ ਸੰਸਾਰ ਵਿੱਚ ਹੋ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਪਾਵਨ ਬਾਣੀ ਵਿੱਚ ਕਹਿਣਾ ਪਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਝੂਠ ਦੀ ਅਮਾਵਸ ਕਾਲੀ ਬੋਲੀ ਰਾਤ ਹਰ ਪਾਸੇ ਚੜੀ ਹੋਈ ਹੈ ਤੇ ਸੱਚ ਦਾ ਚੰਦਰਮਾ ਜਿਹੜਾ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਕਿਹੜੇ ਪਾਸੇ ਚੜਿਆ ਹੈ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਹਉ ਭਾਲ ਵਿਕੂਨੀ ਹੋਈ ਆਂਧੇਰਾ ਰਾਹੋ ਨਾ ਕੋਈ। ਪਾਤਸ਼ਾਹ ਕਹਿੰਦੇ ਹਨ ਕਿ ਮੈਂ ਯਤਨ ਕੀਤਾ ਕਿ ਮੈਨੂੰ ਸੱਚ ਦਾ ਚੰਦਰਮਾ ਲੱਭ ਜਾਏ, ਪਰ ਲੱਭਿਆ ਨਹੀਂ। ਕੂੜ ਦੀ, ਝੂਠ ਦੀ ਚਾਰ ਚਪੇਰੇ ਕਾਲੀ ਬੋਲੀ ਰਾਤ ਛਾਈ ਹੋਈ ਹੈ। ਜਦੋਂ ਪਾਪ ਵਰਤਿਆ ਸੀ ਸੰਸਾਰ ਵਿੱਚ ਤੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਇਸ ਲੁਕਾਈ ਦੀ ਧਰਤੀ ਦੀ ਪੁਕਾਰ ਅਕਾਲ ਪੁਰਖ ਨੇ ਸੁਣੀ ਤੇ ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮਾਤ ਲੋਕ ਦੀ ਧਰਤੀ ਤੇ ਭੇਜਿਆ, ਜਿਨ੍ਹਾਂ ਨੇ ਸੱਚੇ ਨਾਮ ਦਾ ਪ੍ਰਚਾਰ ਕੀਤਾ। ਵਾਹਿਗੁਰੂ ਮੰਤਰ, ਮੂਲ ਮੰਤਰ, ਗੁਰੂ ਕੀ ਬਾਣੀ, ਅਕਾਲ ਪੁਰਖ ਦੀ ਸਭ ਤੋਂ ਵੱਡੀ ਰੱਬੀ ਦਾਤ ਪਰਮੇਸ਼ਰ ਦਾ ਨਾਮ ਮਨੁੱਖ ਦੀ ਝੋਲੀ ਵਿੱਚ ਪਾ ਕੇ ਜਿੱਥੇ ਚਾਰ ਚਫੇਰੇ ਝੂਠ ਦਾ ਪਸਾਰਾ ਸੀ ਉੱਥੇ ਸੱਚ ਦਾ ਪ੍ਰਸਾਰਾ ਮੇਰੇ ਪਾਤਸ਼ਾਹ ਨੇ ਕਰ ਦਿੱਤਾ। ਸੱਚ ਦਾ ਵਰਤਾਰਾ ਹਰ ਪਾਸੇ ਵਰਤਾ ਦਿੱਤਾ। ਇਸ ਕਰਕੇ ਗੁਰਮੁਖੋ, ਜੇ ਸੰਸਾਰ ਵਿੱਚ ਚਾਨਣ ਹੈ, ਸੰਸਾਰ ਵਿੱਚ ਪ੍ਰਕਾਸ਼ ਹੈ ਤੇ ਗੁਰੂ ਕੀ ਬਾਣੀ ਦਾ, ਇਹ ਬਾਣੀ ਕਰਕੇ ਹੀ ਚਾਨਣਾ ਹੈ। ਦੇਖੋ, ਗ੍ਰੰਥ ਰੋੜ ਦਿੱਤੇ ਗਏ, ਗੁਰਬਾਣੀ ਪੜ੍ਹਨ ਤੋਂ ਲੋਕਾਂ ਨੂੰ ਰੋਕ ਦਿੱਤਾ ਲਖਪਤ ਰਾਏ ਨੇ। ਤੇ ਜਿਸ ਕਰਕੇ ਕਹਿੰਦੇ ਯੋ ਅੰਧੇਰ ਹੋਵੇ ਜਗ ਮੈਂ ਆਇਓ। ਸੇਵਕ ਕਹਿਣ ਲੱਗੇ, ਵਾਹਿਗੁਰੂ ਸਾਰੇ ਸੰਸਾਰ ਵਿੱਚ ਹਨੇਰਾ ਹੀ ਛਾ ਗਿਆ ਹੈ, ਹਰ ਪਾਸੇ ਅੰਧੇਰ ਹੀ ਅੰਧੇਰ, ਪਾਪ ਹੀ ਪਾਪ ਛਾਇਆ ਹੋਇਆ ਹੈ। ਦੋਹਰਾ ਜਿਮ ਅੰਧੇਰ ਘਰ ਦੀਪ ਹੋਏ, ਮੱਧ ਸੂਰਜ ਚੜ੍ਹੈ ਆਕਾਸ਼। ਜੈਸੇ ਕਹਿੰਦੇ ਹਨੇਰਾ ਹੋਵੇ ਨਾ ਘਰ ਵਿੱਚ ਤੇ ਲੋਕ ਦੀਵਾ ਬਾਲ ਲੈਂਦੇ ਨੇ ਤੇ ਚਾਨਣਾ ਹੋ ਜਾਂਦਾ। ਜੈਸੇ ਸਾਰੀ ਲੋਕਾਈ ਦੇ ਵਿੱਚ ਸੂਰਜ ਚੜ੍ਹਦਾ ਹੈ ਤੇ ਪ੍ਰਕਾਸ਼ ਹੋ ਜਾਂਦਾ, ਚਾਨਣਾ ਹੋ ਜਾਂਦਾ ਹੈ। ਤਿਮਥੀ ਬਾਣੀ ਨਾਨਕੈ
ਸੁਨ ਜਗ ਹੋਤ ਪ੍ਰਕਾਸ਼। ਐਸੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੀ, ਜਿਸ ਬਾਣੀ ਦੇ ਨਾਲ ਸਾਰੇ ਸੰਸਾਰ ਵਿੱਚ ਪ੍ਰਕਾਸ਼ ਹੁੰਦਾ ਸੀ, ਚਾਨਣਾ ਹੁੰਦਾ ਸੀ। ਉਹ ਬਾਣੀ ਪੜ੍ਹਨ ਤੋਂ ਤਾਂ ਲਖਪਤ ਰਾਏ ਵਰਗਿਆਂ ਨੇ ਰੋਕ ਦਿੱਤਾ ਲੋਕਾਂ ਨੂੰ ਕਿ ਕਿਸੇ ਨੇ ਬਾਣੀ ਨਹੀਂ ਪੜ੍ਹਨੀ। ਗੁਰੂ ਕਾ ਸ਼ਬਦ ਪ੍ਰਕਾਸ਼ ਕਰਦਾ ਹੈ, ਮਨੁੱਖ ਦੇ ਹਿਰਦੇ ਵਿੱਚ ਚਾਨਣਾ ਕਰਦਾ ਹੈ। ਤੇ ਜਦੋਂ ਬਾਣੀ ਹੀ ਪੜ੍ਹਨੀ ਬੰਦ ਕਰ ਦਿੱਤੀ ਜਾਏ, ਹਨੇਰਾ ਤਾਂ ਛਾਣਾ ਹੀ ਹੈ ਨਾ। ਅੱਜ ਵੀ ਇਹੋ ਜਿਹੇ ਹਾਲਾਤ ਸੰਸਾਰ ਦੇ ਬਣਦੇ ਜਾ ਰਹੇ ਨੇ। ਮਨੁੱਖ ਬਾਣੀ ਨਾਲੋਂ ਟੁੱਟ ਕੇ ਤੇ ਲੱਚਰਤਾ ਦੇ ਨਾਲ, ਪਖੰਡਵਾਦ ਦੇ ਨਾਲ ਜੁੜਦਾ ਜਾ ਰਿਹਾ ਹੈ। ਬਾਣੀ ਨਾਲੋਂ ਟੁੱਟਣ ਕਰਕੇ ਮਨੁੱਖ ਦਾ ਜੀਵਨ ਵੀ ਅਧੂਰਾ ਹੋ ਰਿਹਾ ਹੈ। ਜਿਨ੍ਹਾਂ ਨੇ ਹੁਣ ਤਾਈਂ ਜੰਗ ਕੀਤੇ, ਜਿਨ੍ਹਾਂ ਮਹਾਂਪੁਰਖਾਂ ਨੇ, ਬੰਦਗੀ ਵਾਲੀਆਂ ਰੂਹਾਂ ਨੇ ਖਾਲਸੇ ਪੰਥ ਦੇ ਰਹਿ ਵਿੱਚ ਰਹਿ ਕੇ ਤੇਗਾਂ ਮਾਰ ਕੇ ਜ਼ੁਲਮ ਤੇ ਜ਼ਾਲਮ ਦਾ ਨਾਸ਼ ਕੀਤਾ, ਉਹ ਬਾਣੀ ਦਾ ਸਹਾਰਾ ਲੈ ਕੇ ਗੁਰੂ ਦੀ ਕਲਾ ਦੇ ਸਦਕਾ ਸਭ ਕੁਝ ਕਰਦੇ ਰਹੇ। ਅੱਜ ਅਸੀਂ ਇਤਨੇ ਕੁ ਕੱਚੇ ਹੋ ਗਏ ਹਾਂ ਕਿ ਹਰ ਵਕਤ ਸਾਨੂੰ ਇਹ ਖਤਰਾ ਪਿਆ ਰਹਿੰਦਾ ਹੈ ਕਿ ਸ਼ਾਇਦ ਸਿੱਖ ਕੌਮ ਜਿਹੜੀ ਹੈ ਹੌਲੀ ਹੌਲੀ ਖਤਮ ਹੋ ਰਹੀ ਹੈ। ਇਹ ਸਾਡੇ ਮਨ ਦਾ ਵਹਿਮ ਹੈ। ਕਿਉਂ? ਸਾਡੇ ਅੰਦਰੋਂ ਬਾਣੀ ਨਿਕਲ ਗਈ ਤੇ ਅਸੀਂ ਇਸ ਵਹਿਮ ਨੂੰ ਅੰਦਰ ਪਾਲ ਕੇ ਬਹਿ ਗਏ। ਜਿਨ੍ਹਾਂ ਨੂੰ ਸਤਿਗੁਰੂ ਨੇ ਆਪ ਥਾਪਿਆ, ਉਹ ਪੰਥ ਕਦੇ ਸੰਸਾਰ ਤੋਂ ਖਤਮ ਨਹੀਂ ਹੋ ਸਕਦਾ। ਉਹ ਜੁਗੋ ਜੁਗ ਅਟਲ ਹੀ ਰਹੇਗਾ, ਸਦਾ ਉਸ ਪੰਥ ਦੀ ਚੜ੍ਹਦੀ ਕਲਾ ਰਹੇਗੀ। ਅਗਰ ਖਾਤਮਾ ਹੋਣਾ ਤੇ ਸਾਡੇ ਵਰਗੇ ਲੋਕਾਂ ਦਾ, ਜਿਨ੍ਹਾਂ ਦਾ ਅੰਦਰ ਦਾ ਨਿਸ਼ਚਾ ਖਤਮ ਹੋ ਗਿਆ ਤੇ ਜਿਹੜੇ ਬਾਣੀ ਦੇ ਨਾਲੋਂ ਟੁੱਟ ਗਏ ਨੇ। ਖਾਲਸਾ ਤਾਂ ਜੁਗੋ ਜੁਗ ਅਟਲ ਹੀ ਰਹੇਗਾ। ਇਸ ਕਰਕੇ ਤਿਮਥੀ ਬਾਣੀ ਨਾਨਕ ਹੈ, ਸੁਨ ਜਗ ਹੋਤ ਪ੍ਰਕਾਸ਼। ਪਾਰਖਦ ਕਹਿਣ ਲੱਗੇ, ਹੇ ਅਕਾਲ ਪੁਰਖ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੂਰਜ ਦੇ ਵਾਂਗੂ ਹੈ। ਇਸ ਬਾਣੀ ਨੂੰ ਗਾਉਣ ਦੇ ਨਾਲ, ਇਸ ਬਾਣੀ ਨੂੰ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਮਨੁੱਖ ਦੇ ਜੀਵਨ ਵਿੱਚ ਤੇ ਸੰਸਾਰ ਦੇ ਵਿੱਚ ਪ੍ਰਕਾਸ਼ ਚਾਨਣਾ ਹੁੰਦਾ ਹੈ। ਜੋ ਪਈ ਤਬ ਕਰਤੇ ਨੇ ਯੋ ਫਰਮਾਈ। ਇਹ ਬਚਨ ਸੁਣ ਕੇ ਫਿਰ ਕਰਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੁਕਮ ਕੀਤਾ ਹੈ। ਨਿੰਦਕ ਦੇਹੋ ਸਜਾਏ ਬਣਾਈ। ਪਾਰਖਦਾਂ ਨੂੰ ਕਹਿਣ ਲੱਗੇ, ਜਾਓ ਫਿਰ ਜਾ ਕੇ ਨਿੰਦਕਾਂ ਨੂੰ ਸਜਾ ਦਿਓ। ਜਿਹੜੇ ਬਾਣੀ ਦੀ ਨਿੰਦਿਆ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰ ਰਹੇ ਨੇ, ਪਾਪ ਕਰ ਰਹੇ ਨੇ, ਉਹਨਾਂ ਨੂੰ ਜਾ ਕੇ ਸਜ਼ਾ ਦੇ ਦਿਓ। ਜਿਨੀ ਕਿਨੀ ਸੋ ਤਿਸੈ ਪੁਜਾਓ। ਜਿਨ੍ਹਾਂ ਨੇ ਜੋ ਜੋ ਕੀਤਾ, ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਉਹਨਾਂ ਨੂੰ ਦੇ ਦਿਓ। ਤੁਰਤ ਸੋ ਤਿਸ ਹੀ ਅੱਗੇ ਲਿਆਓ। ਤੁਰੰਤ ਹੀ ਉਹਨਾਂ ਦੇ ਕੀਤੇ ਹੋਏ ਮਾੜੇ ਕਰਮ ਉਘਾੜ ਕੇ ਅੱਗੇ ਲੈ ਕੇ ਆਓ। ਜੋ ਉਹਨਾਂ ਨੇ ਕੀਤਾ ਉਹਨਾਂ ਦੇ ਸਾਹਮਣੇ ਪ੍ਰਗਟ ਕਰ ਦਿਓ ਤਾਂ ਕਿ ਉਹਨਾਂ ਨੂੰ ਤੁਰੰਤ ਸਜ਼ਾ ਪ੍ਰਾਪਤ ਹੋ ਸਕੇ। ਜਪ ਕਰਤੇ ਨੇ ਐਸੀ ਕਹੀ। ਜਦੋਂ ਕਰਤੇ ਅਕਾਲ ਪੁਰਖ ਵਾਹਿਗੁਰੂ ਸਾਹਿਬ ਨੇ ਅਜਿਹੇ ਬਚਨ ਆਖੇ ਹਨ, ਕਰਨੇ ਹਾਰਨ ਵੈਸੀ ਠਈ। ਫਿਰ ਜੋ ਹੋਣਹਾਰੀ ਸੀ ਉਹਨੇ ਉਸੇ ਤਰ੍ਹਾਂ ਹੀ ਕਰ ਦਿੱਤਾ। ਜਿਵੇਂ ਮਾਲਕ ਦਾ ਹੁਕਮ ਹੋਇਆ, ਹੋਣਹਾਰੀ ਨੇ ਉਹ ਭਾਣਾ ਵਰਤਾ ਦਿੱਤਾ ਹੈ। ਖੜੋ ਕਰਾਇਓ ਕਾਬਲੋ ਸ਼ਾਹੇ। ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ 8 ਵੱਡੇ ਹਮਲੇ ਕੀਤੇ। ਸਮੇਂ ਨਾਲ ਜਦੋਂ ਵੀ ਮੌਕਾ ਬਣਦਾ, ਅਹਿਮਦ ਸ਼ਾਹ ਅਬਦਾਲੀ ਕਦੇ ਮੌਕਾ ਨਾ ਖਜਾਂਦਾ। ਇੱਧਰ ਲਖਪਤ ਰਾਏ ਨੇ ਅੱਤ ਚੁੱਕੀ ਹੋਈ ਸੀ, ਉਧਰੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਖੜਾ ਕਰ ਦਿੱਤਾ, ਪ੍ਰੇਰ ਦਿੱਤਾ, ਜਾ ਕੇ ਹਿੰਦੁਸਤਾਨ ਤੇ ਹਮਲਾ ਕਰ। ਸੋ ਕਰਾਇਓ ਲਾਹੌਰ ਹੈ ਰਾਹੇ। ਇਸ ਪ੍ਰਕਾਰ ਅਹਿਮਦ ਸ਼ਾਹ ਅਬਦਾਲੀ ਨੂੰ ਪਰਮੇਸ਼ਰ ਨੇ ਕਾਬਲ ਤੋਂ ਲਾਹੌਰ ਦੇ ਰਾਹ ਨੂੰ ਤੋੜ ਦਿੱਤਾ। ਜਿਮ ਕੰਟੇ ਸੋ ਕੰਟਾ ਨਿਕਾਰਨ। ਸਿਆਣੇ ਕਹਿੰਦੇ ਨੇ ਕਿ ਜਿਵੇਂ ਪੈਰ ਵਿੱਚ ਕੰਡਾ ਲੱਗ ਜਾਏ ਨਾ, ਪੁਰਾਣੇ ਸਮੇਂ ਵਿੱਚ ਲੋਕ ਕੰਡਾ ਹੀ ਲੈਂਦੇ ਸਨ ਕੰਡੇ ਨੂੰ ਕੱਢਣ ਵਾਸਤੇ, ਤੇ ਇੱਕ ਕੰਡਾ ਪੈਰ ਵਿੱਚੋਂ ਕੱਢਿਆ ਕੰਡੇ ਦੇ ਨਾਲ ਤੇ ਦੋਨੇ ਕੰਡੇ ਹੀ ਸੁੱਟ ਦਿੱਤੇ। ਇਧਰ ਅਹਿਮਦ ਸ਼ਾਹ ਅਬਦਾਲੀ ਵੀ ਕੰਡਾ ਸੀ ਤੇ ਲਖਪਤ ਰਾਏ ਸ਼ਾਹ ਨਿਵਾਜ ਵਰਗੇ ਵੀ ਕੰਡੇ ਵਾਂਗੂ ਸਨ। ਇਹਨਾਂ ਦੋਹਾਂ ਕੰਡਿਆਂ ਦਾ ਨਾਸ਼ ਕਰਨ ਵਾਸਤੇ ਪਰਮੇਸ਼ਰ ਨੇ ਪ੍ਰੇਰ ਦਿੱਤਾ ਹੈ। ਤੁਰਕਾਂ ਦੇ ਕੋਲੋਂ ਤੁਰਕਾਂ ਨੂੰ ਗਾਲਣ ਵਾਸਤੇ ਵਾਹਿਗੁਰੂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਾਬਲ ਤੋਂ ਚੜਾਇਆ ਹੈ। ਇਸ ਤਰ੍ਹਾਂ 1804 ਵਿੱਚ ਬਿਕਰਮੀ ਸੰਮਤ ਬਣਦਾ ਹੈ ਤੇ 1747 ਈਸਵੀ ਦੇ ਵਿੱਚ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹ ਕਾਬਲੋਂ ਚੱਲ ਪਿਆ। ਇਸ ਤਰ੍ਹਾਂ ਉਹਨੇ ਬਹੁਤ ਵੱਡਾ ਉਪਦਰਵ ਕੀਤਾ ਹੈ। ਨਾਦਰ ਸ਼ਾਹੀ ਕੋ ਮਾਰ ਕੇ ਆਇਓ ਅਹਿਮਦ ਸ਼ਾਹੀ। ਜਿਹੜਾ ਨਾਦਰ ਸ਼ਾਹ ਸੀ, ਜਿਹਦੀ ਕਥਾ ਆਪਾਂ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕਰ ਚੁੱਕੇ ਹਾਂ। ਨਾਦਰ ਸ਼ਾਹ ਹਿੰਦੁਸਤਾਨ ਤੇ ਚੜ੍ਹ ਕੇ ਆਇਆ।
ਇੱਕ ਦਿਨ ਦੇ ਵਿੱਚ 70-80 ਹਜ਼ਾਰ ਬੰਦੇ ਦਾ ਕਤਲੇਆਮ ਦਿੱਲੀ ਦੇ ਵਿੱਚ ਨਾਦਰ ਸ਼ਾਹ ਨੇ ਕੀਤਾ। 9 ਘੰਟੇ ਅਤਿਆਚਾਰ ਕਰਾਇਆ ਉਹਨੇ। ਤੇ ਜਿਹੜੇ ਤੈਮੂਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ, ਇਹ ਦੋਨੇ ਜਾਣੇ ਨਾਦਰ ਸ਼ਾਹ ਦੀ ਫੌਜ ਵਿੱਚ ਸਨ। ਜਿਹੜਾ ਅਹਿਮਦ ਸ਼ਾਹ ਸੀ ਉਹ ਕਮਾਂਡਰ ਸੀ ਫੌਜ ਦਾ, ਤੇ ਉਹਦਾ ਪੁੱਤਰ ਤੈਮੂਰ ਸ਼ਾਹ। ਅਹਿਮਦ ਸ਼ਾਹ ਨੇ ਕੀ ਕੀਤਾ ਵੀ ਨਾਦਰ ਸ਼ਾਹ ਦਾ ਕਤਲ ਕੀਤਾ। ਨਾਦਰ ਸ਼ਾਹ ਦਾ ਕਤਲ ਕਰਕੇ ਆਪ ਤਖਤ ਉੱਪਰ ਬਹਿ ਗਿਆ। ਕਾਬਲ, ਕੰਧਾਰ, ਜਿੰਨੇ ਵੀ ਇਲਾਕੇ ਸਨ ਸਾਰੇ ਉਹਨੇ ਆਪਣੇ ਕਬਜ਼ੇ ਵਿੱਚ ਲੈ ਲਏ। ਜਦੋਂ ਇਹ ਹਿੰਦੁਸਤਾਨ ਆਇਆ ਸੀ, ਅਹਿਮਦ ਸ਼ਾਹ ਅਬਦਾਲੀ ਦੇ ਹਿਰਦੇ ਵਿੱਚ ਦਿੱਲੀ ਵਸ ਗਈ। ਇੱਥੋਂ ਦੀ ਮਾਇਆ, ਇੱਥੋਂ ਦੇ ਪਦਾਰਥ ਉਹਦੇ ਹਿਰਦੇ ਵਿੱਚ ਵਸ ਗਏ। ਉਹ ਚਾਹੁੰਦੇ ਸਨ ਤੇ ਕਹਿੰਦੇ ਜਦੋਂ ਮੌਕਾ ਮਿਲਿਆ ਤੇ ਹਿੰਦੁਸਤਾਨ ਤੇ ਹਮਲਾ ਜ਼ਰੂਰ ਕਰਾਂਗੇ। ਇਸ ਤਰ੍ਹਾਂ ਫਿਰ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ, ਉਹਨੇ ਫਿਰ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹਦਾ ਪੁੱਤਰ ਸੀ ਜਿਹਨੂੰ ਤੈਮੂਰ ਸ਼ਾਹ ਕਹਿੰਦੇ ਹਨ। ਇਹ ਪਹਿਲਾਂ ਨਾਦਰ ਸ਼ਾਹ ਦੇ ਨਾਲ ਦੋਨੇ ਜਾਣੇ ਆਏ ਸਨ, ਪਿਓ ਪੁੱਤਰ, ਤੇ ਨਾਦਰ ਸ਼ਾਹ ਦੇ ਨਾਲ ਮਿਲ ਕੇ ਇਹਨਾਂ ਨੇ ਦਿੱਲੀ ਵਿੱਚ ਕਤਲੇਆਮ ਕੀਤਾ। ਉਦੋਂ ਇਹਨਾਂ ਨੇ ਦਿੱਲੀ ਵੇਖੀ ਸੀ। ਇਹ ਦਿੱਲੀ ਉਹਨਾਂ ਦੇ ਹਿਰਦੇ ਵਿੱਚ, ਦਿਲ ਵਿੱਚ ਵਸ ਗਈ ਹੈ। ਸਾਧ ਸੰਗਤ ਜੀ, ਉਹਨਾਂ ਨੇ ਮਨ ਵਿੱਚ ਇਹ ਧਾਰਨ ਕਰ ਲਿਆ ਸੀ ਕਿ ਸਮਾਂ ਆਵੇਗਾ ਤੇ ਦਿੱਲੀ ਅਸੀਂ ਜ਼ਰੂਰ ਮਾਰਾਂਗੇ। ਇਸ ਪ੍ਰਕਾਰ ਉਹ ਫਿਰ ਲਾਹੌਰ ਆਏ ਤੇ ਲਾਹੌਰ ਆ ਕੇ ਉਹਨਾਂ ਨੇ ਦਿੱਲੀ ਵੀ ਖੋਹ ਲਈ ਹਿੰਦੁਸਤਾਨ ਪਾਸੋਂ। ਹੁਣ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ, ਇਹ ਦਿੱਲੀ ਤਾਂ ਬਾਅਦ ਵਿੱਚ ਗਿਆ ਸੀ, ਪਹਿਲਾਂ ਇਹ ਜਦੋਂ ਹਿੰਦੁਸਤਾਨ ਦੇ ਵਿੱਚ ਆਇਆ, ਹੁਣ ਰਾਹ ਵਿੱਚ ਲਾਹੌਰ ਪੈਂਦਾ ਸੀਗਾ ਤੇ ਲੱਖੂ ਨੂੰ, ਭਾਵ ਲਖਪਤ ਰਾਏ ਨੂੰ ਪਤਾ ਲੱਗ ਗਿਆ ਵੀ ਕਾਬਲੀ ਆ ਗਿਆ, ਭਾਵ ਅਹਿਮਦ ਸ਼ਾਹ ਅਬਦਾਲੀ ਆ ਗਿਆ। ਇਹਨੇ ਕੀ ਕੀਤਾ, ਇਹ ਜਾ ਕੇ ਉਹਦੇ ਨਾਲ ਰਲ ਗਿਆ। ਉਹਦੇ ਕੋਲ ਨਜ਼ਰਾਨੇ, ਭੇਟਾਵਾਂ ਲੈ ਗਿਆ, ਤੋਹਫੇ ਲੈ ਗਿਆ ਤੇ ਉਹਦੀ ਜਾ ਕੇ ਤਾਬਿਆਦਾਰੀ ਕਬੂਲ ਕਰ ਲਈ ਹੈ। ਜਿਹੜਾ ਸ਼ਾਹ ਨਿਵਾਜ ਸੀਗਾ, ਇਹਨੇ ਸੋਚਿਆ ਵੀ ਜੇ ਮੈਂ ਇਹਦੀ ਖਿਲਾਫਤ ਕਰਾਂਗਾ ਮੈਂ ਮਾਰਿਆ ਜਾਵਾਂਗਾ, ਤੇ ਸ਼ਾਹ ਨਿਵਾਜ ਵੀ ਜਾ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਰਲ ਗਿਆ ਹੈ। ਲੱਖੂ ਨੂੰ ਵੀ ਇਹੀ ਵਿਧੀ ਆਈ ਸੀ। ਸ਼ਾਹ ਨਵਾਜ ਰਲਿਆ ਤੇ ਸ਼ਾਹ ਨਵਾਜ ਦੇ ਨਾਲ ਜਾ ਕੇ ਲਖਪਤ ਰਾਏ ਵੀ ਅਹਿਮਦ ਸ਼ਾਹ ਦੇ ਨਾਲ ਰਲ ਗਿਆ। ਕਰਤਾਰ ਅਕਾਲ ਪੁਰਖ ਨੇ ਆਪੇ ਹੀ ਇਹ ਜਿਹੜੀ ਵਿਧੀ ਮਿਲਾ ਦਿੱਤੀ ਹੈ। ਜਿਹੜਾ ਵਜ਼ੀਰ ਕਮਰਦੀਨ ਸੀਗਾ, ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਸੀ, ਤੇ ਦਿੱਲੀ ਤੋਂ ਉਹਨੇ ਆਪਣਾ ਵਜ਼ੀਰ ਭੇਜਿਆ ਜਿਹਦਾ ਨਾਮ ਕਮਰਦੀਨ ਸੀਗਾ। ਇਹ ਮੀਰ ਮੰਨੂ ਦਾ ਪਿਓ ਸੀਗਾ ਕਮਰਦੀਨ, ਤੇ ਦੂਸਰਾ ਸੀ ਸੂਰਹ ਅਲੀ। ਇਹ ਦੋ ਜਿਹੜੇ ਸੂਰਮੇ ਹਨ। ਤੇ ਸਾਧ ਸੰਗਤ ਜੀ, ਫਿਰ ਜੈਪੁਰੀ ਰਿਆਸਤ ਦਾ ਜਿਹੜਾ ਰਾਜਾ ਸੀ ਜਿਹਦਾ ਨਾਮ ਮਾਧੋ ਸਿੰਘ ਸੀਗਾ, ਤੀਸਰਾ ਇੱਕ ਕਮਰਦੀਨ ਵਜ਼ੀਰ, ਦੂਸਰਾ ਸੂਰ ਅਲੀ ਤੇ ਤੀਸਰਾ ਜਿਹੜਾ ਮਾਧੋ ਸਿੰਘ। ਇਹ ਤਿੰਨੇ ਜਾਣਿਆਂ ਨੂੰ ਫੌਜ ਦੇ ਕੇ ਬਾਦਸ਼ਾਹ ਨੇ ਭੇਜ ਦਿੱਤਾ ਹੈ। ਇਹਨਾਂ ਦੇ ਨਾਲ ਫਿਰ ਸਜਾਦੇ ਫੌਜ ਆਈ, ਭਾਵ ਪੈਦਲ ਚੱਲਣ ਵਾਲੀ ਫੌਜ ਆਈ ਹੈ। ਹਲੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਸੀ, ਇਹ ਅੱਗੇ ਨਹੀਂ ਸੀ ਵਧਿਆ, ਆਉਂਦਾ ਸੀਗਾ। ਇਹਨਾਂ ਨੇ ਸੋਚਿਆ ਵੀ ਆਪਾਂ ਨਾ ਸਰਹੰਦ ਟੱਪ ਕੇ ਤੇ ਅੱਗੇ ਮੋਰਚਾ ਲਾ ਲੈਨੇ ਆ, ਅੱਗੇ ਜਾ ਕੇ ਰੋਕ ਲਵਾਂਗੇ। ਕਿਉਂ ਜੇ ਅਹਿਮਦ ਸ਼ਾਹ ਪਹਿਲਾਂ ਸਰਹੰਦ ਵੜ ਗਿਆ ਤੇ ਫਿਰ ਆਪਾਂ ਕੋਲੋਂ ਸਰਹੰਦ ਛਡਾਣੀ ਔਖੀ ਹੋ ਜਾਣੀ ਹੈ, ਉਹਨੂੰ ਆਪਾਂ ਸਰਹੰਦ ਆਉਣ ਤੋਂ ਪਹਿਲਾਂ ਰੋਕ ਲਵਾਂਗੇ। ਇਹ ਵਿਚਾਰ ਕਰਕੇ ਜਿਹੜਾ ਕਮਰਦੀਨ ਸੀ ਉਹ ਫੌਜਾਂ ਲੈ ਕੇ ਸਰਹੰਦ ਤੋਂ ਅੱਗੇ ਚਲਾ ਗਿਆ ਹੈ। ਸਾਧ ਸੰਗਤ ਜੀ ਕਹਿੰਦੇ ਨੇ ਕਿ ਜਿਹੜਾ ਸਰਹੰਦ ਦਾ ਇਲਾਕਾ ਸੀਗਾ, ਹੁਣ ਉਹ ਇਲਾਕਾ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾਂ ਸੁਣਿਆ ਹੈ। ਉਹਨੇ ਸੋਚਿਆ ਵੀ ਕਿਉਂ ਨਾ ਆਪਾਂ ਜਾ ਕੇ ਸਰਹੰਦ ਨੂੰ ਫਤਿਹ ਕਰ ਲਈਏ। ਇਸ ਤਰ੍ਹਾਂ ਉਹਨੇ 60 ਕੋਹਾਂ ਤੋਂ ਚੜ੍ਹਾਈ ਕਰ ਦਿੱਤੀ ਸਰਹੰਦ ਦੇ ਉੱਪਰ। ਹੁਣ ਰਸਤੇ ਤਾਂ ਕਈ ਆਉਂਦੇ ਸਨ ਸਰਹੰਦ ਨੂੰ। ਇੱਕ ਜਿਹੜਾ ਰਸਤਾ ਸੀ ਸਰਹੰਦ ਤੋਂ ਲਾਹੌਰ ਨੂੰ ਜਾਣ ਵਾਲਾ, ਸਰਹੰਦ ਤੋਂ ਲਾਹੌਰ ਜਾਣ ਵਾਲੇ ਰਸਤੇ ਉੱਪਰ ਜਾ ਕੇ ਬਹਿ ਗਿਆ ਕਮਰਦੀਨ ਫੌਜਾਂ ਲੈ ਕੇ ਵੀ ਇੱਥੋਂ ਲੰਘੇਗਾ ਇੱਧਰ ਨੂੰ। ਤੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹਨੂੰ ਭਿਣਕ ਪੈ ਗਈ ਵੀ ਅੱਗੇ ਫੌਜਾਂ ਨੇ, ਉਹਨੇ ਹੋਰ ਰਸਤਾ ਲੈ ਲਿਆ। ਘਾਟਾਂ ਵਿੱਚੋਂ ਹੁੰਦਾ ਹੋਇਆ, ਪਹਾੜੀ ਇਲਾਕੇ ਵਿੱਚੋਂ ਹੁੰਦਾ ਹੋਇਆ ਤੇ ਉਹ ਸਰਹੰਦ ਦੇ ਰਾਹੇ ਪੈ ਗਿਆ ਹੈ। ਉਧਰੋਂ ਉਡੀਕਦੇ ਰਹੇ ਕਿ ਅਹਿਮਦ ਸ਼ਾਹ ਅਬਦਾਲੀ ਇੱਧਰੋਂ ਦੀ ਆਏਗਾ, ਉਹ ਦੂਜੇ ਪਾਸਿਓਂ ਦੀ ਲੰਘ ਕੇ ਸਰਹੰਦ ਆ ਗਿਆ ਤੇ ਸਰਹੰਦ ਅਹਿਮਦ ਸ਼ਾਹ ਨੇ ਡੇਰਾ ਕਰ ਲਿਆ ਹੈ।
ਜਾਮਲੀ ਮਦ ਲਿਓ ਖਜ਼ਾਨੋ ਲੂਟ। ਇਸ ਤਰ੍ਹਾਂ ਇਹਨੇ ਜਾ ਕੇ ਸਰਹੰਦ ਲੁੱਟ ਲਈ ਅਹਿਮਦ ਸ਼ਾਹ ਅਬਦਾਲੀ ਨੇ। ਸਰਹੰਦ ਦੇ ਵਿੱਚ ਜਿੰਨਾ ਵੀ ਖਜ਼ਾਨਾ ਸੀ ਸਾਰਾ ਖਜ਼ਾਨਾ ਇਹਨੇ ਲੁੱਟ ਲਿਆ ਹੈ। ਤਹਾਂ ਥਾਏ ਸੀ ਫਿਰ ਲੜੀ ਦਿਨ 22 ਲੋ ਝੂਟ। ਇਸ ਤਰ੍ਹਾਂ ਜੁੱਟ ਕੇ ਉਹਨੇ 22 ਦਿਨਾਂ ਤੱਕ ਲੁੱਟ ਮਾਰ ਕੀਤੀ ਸਰਹੰਦ ਦੇ ਇਲਾਕੇ ਦੇ ਵਿੱਚ। ਉੱਥੇ ਫਿਰ ਉਹਨੇ ਜੰਗ ਵੀ ਕੀਤਾ ਕਮਰਦੀਨ ਦੇ ਨਾਲ। ਜੋ ਪਈ ਸਰਹੰਦ ਤੋਂ ਬਹੁਤੀ ਜੋ ਰਹੀ। ਫੌਜ ਇੱਥੋਂ ਅੱਗੇ ਚਲੀ ਗਈ। ਕਮਰਦੀਨ ਫੌਜਾਂ ਲੈ ਕੇ ਅੱਗੇ ਚਲਾ ਗਿਆ ਤੇ ਉਹਨਾਂ ਦੀਆਂ ਕੁਝ ਜਿਹੜੀਆਂ ਤੋਪਾਂ ਸਨ ਉਹ ਸਰਹੰਦ ਦੇ ਵਿੱਚ ਸਨ। ਇੱਥੇ ਵੀ ਤਾਂ ਕਿਲ੍ਹਾ ਸੀ ਨਾ, ਉਹ ਰਾਜ ਕਰਦੇ ਸੀ, ਉਹਨਾਂ ਨੇ ਤੋਪਾਂ ਖੜੀਆਂ ਕੀਤੀਆਂ ਹੋਈਆਂ। ਹੁਣ ਜਿਹੜੀਆਂ ਤੋਪਾਂ ਸਰਹੰਦ ਦੇ ਵਿੱਚ ਰਹਿ ਗਈਆਂ ਹਨ, ਅਹਿਮਦ ਸ਼ਾਹ ਕਰੀ ਸੋ ਸਹੀ। ਅਹਿਮਦ ਸ਼ਾਹ ਨੇ ਉਹ ਤੋਪਾਂ ਨੂੰ ਸਹੀ ਕਰ ਲਿਆ। ਉਹਨਾਂ ਦਾ ਮੂੰਹ ਜਿਹੜਾ ਸੀ ਨਾ ਉਹਨਾਂ ਤੋਪਾਂ ਦਾ ਨਾਲ ਲੈ ਕੇ ਤੇ ਕਮਰਦੀਨ ਦੀਆਂ ਫੌਜਾਂ ਵੱਲ ਕਰ ਦਿੱਤਾ ਹੈ। ਇਕੱਠੀ ਰਹੀ ਚਲਾਈ। ਇਕੱਠੀਆਂ ਤੋਪਾਂ ਇੱਕੋ ਲਾਈਨ ਦੇ ਵਿੱਚ ਪੰਕਤੀ ਵਿੱਚ ਲਾ ਕੇ ਅਹਿਮਦ ਸ਼ਾਹ ਨੇ ਤੋਪਾਂ ਚਲਾ ਦਿੱਤੀਆਂ। ਮੂਇਓ ਕਮਰ ਦੀ ਗੋਲਾ ਖਾਈ। ਤੋਪ ਦਾ ਗੋਲਾ ਕਮਰਦੀਨ ਨੂੰ ਵੱਜਿਆ ਤੇ ਵਜ਼ੀਰ ਕਮਰਦੀਨ ਦੀ ਮੌਤ ਹੋ ਗਈ ਹੈ। ਸੂਤ ਮੀਰ ਮੰਨੂ ਸਿਆਣਾ। ਕਮਰਦੀਨ ਦਾ ਜਿਹੜਾ ਪੁੱਤਰ ਮੀਰ ਮੰਨੂ ਸੀ ਉਹ ਬੜਾ ਸਿਆਣਾ ਹੈ। ਮੂਇਓ ਵਜ਼ੀਰ ਨਾ ਕਿਨਹੂ ਜਾਣਾ। ਹੁਣ ਵਜ਼ੀਰ ਕਮਰਦੀਨ ਮਾਰਿਆ ਗਿਆ। ਹਲੇ ਫੌਜ ਨੂੰ ਪਤਾ ਨਹੀਂ ਸੀ ਲੱਗਿਆ ਵੀ ਕਮਰਦੀਨ ਦੀ ਮੌਤ ਹੋ ਗਈ ਹੈ। ਲੜਾਈ ਦਈ ਮਚਾਏ। ਮੀਰ ਮੰਨੂ ਨੇ ਉਸੇ ਵਕਤ ਜੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਵਜ਼ੀਰ ਸੁਹਾਤੀ ਪਾਏ। ਉਹਨੇ ਕੀ ਕੀਤਾ ਵੀ ਆਪਣਾ ਪਿਓ ਕਮਰਦੀਨ ਜਿਹੜਾ ਵਜ਼ੀਰ ਸੀ ਨਾ ਉਹਨੂੰ ਹਾਥੀ ਦੀ ਅੰਬਾਰੀ ਦੇ ਵਿੱਚ ਬਿਠਾ ਲਿਆ। ਖਵਾਸੀ ਐਸੀ ਵਿਦ ਬਣ ਆਈ। ਉਹਨੇ ਇਹੋ ਜੀ ਵਿਧੀ ਬਣਾ ਲਈ ਵੀ ਪਿੱਛੇ ਲਾ ਕੇ ਬਿਠਾ ਦਿੱਤਾ ਪਿਓ ਆਪਣੇ ਨੂੰ, ਆਪ ਵੀ ਵਿੱਚ ਬਹਿ ਗਿਆ। ਉਹਨੂੰ ਢਾਸਣਾ ਜਿਹਾ ਲਾ ਕੇ ਬਿਠਾ ਦਿੱਤਾ ਵੀ ਇਉਂ ਲੱਗੇ ਵੀ ਸਾਰੇ ਸਿਪਾਹੀਆਂ ਨੂੰ, ਸਾਰੀ ਫੌਜ ਨੂੰ, ਕਿ ਜਿਵੇਂ ਕਮਰਦੀਨ ਹਲੇ ਜਿਉਂਦਾ ਹੈ। ਇਹੋ ਜੀ ਵਿਧੀ ਉਹਨੇ ਬਣਾ ਦਿੱਤੀ ਹੈ। ਨਸਲੇਵੇ ਹੱਥ ਹਿਲਾਈ। ਤੇ ਅੰਬਾਰੀ ਵਿੱਚ ਬੈਠਾ ਹੋਇਆ ਨਾ ਹੱਥ ਉਹਦਾ ਹਿਲਾਈ ਜਾਂਦਾ। ਹੱਥ ਤਾਂ ਮੀਰ ਮੰਨੂ ਹਿਲਾਉਂਦਾ ਸੀਗਾ, ਉਹਦਾ ਹੱਥ ਹਿਲਾਈ ਜਾਂਦਾ ਤੇ ਇਉਂ ਜਾਪਦਾ ਸਿਪਾਹੀਆਂ ਨੂੰ। ਜਦੋਂ ਸਿਪਾਹੀ ਆ ਕੇ ਸਲਾਮ ਕਰਦੇ ਤੇ ਉਹ ਸਲਾਮ ਲੈਂਦਾ ਉਹਨਾਂ ਦੀ, ਤੇ ਸਿਪਾਹੀਆਂ ਨੂੰ ਇਦਾਂ ਹੀ ਜਾਪਦਾ ਸੀ ਜਿਵੇਂ ਸਾਡਾ ਵਜ਼ੀਰ ਜਿਉਂਦਾ ਹੈ। ਸਾਰੀਆਂ ਫੌਜਾਂ ਦੇ ਮਨ ਵਿੱਚ ਬੜਾ ਚਾਅ ਉਪਜ ਗਿਆ। ਕਮਰਦੀਨ ਦੀ ਫੌਜ ਨੇ ਮੀਰ ਮੰਨੂ ਨੇ ਇਹੋ ਜਿਹਾ ਹੱਲਾ ਕੀਤਾ, ਜਿਹੜੇ ਗਿਲਜੇ ਆਏ ਸਨ ਉਹਨਾਂ ਸਾਰੇ ਗਿਲਜਿਆਂ ਨੂੰ ਮੈਦਾਨੇ ਜੰਗ ਵਿੱਚੋਂ ਭਜਾ ਦਿੱਤਾ ਹੈ। ਫਤਿਹ ਭਈ ਤਬ ਹਿੰਦ ਕੀ ਕੀਓ ਕਾਬਲੀ ਕੂਚ। ਇਸ ਤਰ੍ਹਾਂ ਫਿਰ ਅਹਿਮਦ ਸ਼ਾਹ ਅਬਦਾਲੀ ਹਾਰ ਗਿਆ ਇਸ ਜੰਗ ਦੇ ਵਿੱਚ। ਹਿੰਦੁਸਤਾਨ ਦੀ ਫਤਿਹ ਹੋ ਗਈ ਤੇ ਅਖੀਰ ਮਜਬੂਰਨ ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਛੱਡ ਕੇ ਇੱਥੋਂ ਵਾਪਸ ਜਾਣਾ ਪਿਆ ਹੈ। ਪਾਛੇ ਮੀਰ ਮੰਨੂ ਲੱਗੋ ਗਇਓ ਲਾਹੌਰ ਹੈ ਮੂਚ। ਇਸ ਤੋਂ ਬਾਅਦ ਜਿਹੜਾ ਮੀਰ ਮੰਨੂ ਸੀਗਾ ਫੌਜ ਦੇ ਪਿੱਛੇ ਪੈ ਗਿਆ। ਅਹਿਮਦ ਸ਼ਾਹ ਅਬਦਾਲੀ ਭੱਜਦਾ ਸੀ, ਉਹਦੇ ਪਿੱਛੇ ਪਿੱਛੇ ਮੀਰ ਮੰਨੂ ਚਲਾ ਗਿਆ ਤੇ ਚਲਦਿਆਂ ਚਲਦਿਆਂ ਮੀਰ ਮੰਨੂ ਲਾਹੌਰ ਜਾ ਪਹੁੰਚਿਆ ਹੈ। ਸਾਧ ਸੰਗਤ ਜੀ ਮੀਰ ਮੰਨੂ ਲਾਹੌਰ ਆ ਕੇ ਵੜ ਗਿਆ ਹੈ। ਉਹਨੇ ਸਭ ਤੋਂ ਪਹਿਲਾਂ ਹੰਦਿਆਂ ਨਾਲ ਲੱਖੂ ਨੂੰ ਫੜਿਆ। ਸ਼ਾਹ ਨਵਾਜ਼ ਨਾਲ ਉਹਦੀ ਜੰਗ ਹੋਈ। ਸ਼ਾਹ ਨਵਾਜ਼ ਭਜਾ ਦਿੱਤਾ ਮੀਰ ਮੰਨੂ ਨੇ। ਆਪ ਲਾਹੌਰ ਦਾ ਗਵਰਨਰ ਬਣ ਗਿਆ ਤੇ ਇਸ ਤੋਂ ਬਾਅਦ ਉਹਨੇ ਲਖਪਤ ਰਾਏ ਨੂੰ ਫੜ ਲਿਆ ਹੈ। 30 ਲੱਖ ਟਕਾ ਦੰਡ ਤਹਿ ਚੁਕੇ। ਉਹਨੂੰ ਫਿਰ ਡੰਡ ਲਾਇਆ। ਉਹਨੇ ਡੰਡ ਕਿੰਨਾ ਲਾਇਆ? 30 ਲੱਖ ਟਕਾ। ਆਖਦਾ ਵੀ 30 ਲੱਖ ਟਕਾ ਤੂੰ ਜੁਰਮਾਨਾ ਸਰਕਾਰ ਦਾ ਭਰਨਾ, ਕਿਉਂਕਿ ਤੂੰ ਸਾਡੇ ਨਾਲ ਗਦਾਰੀ ਕੀਤੀ ਹੈ। ਇਸ ਭਰਿਓ ਹੁਣ ਹੋਰ ਨਾ ਮੁਕੇ। ਸਾਧ ਸੰਗਤ ਜੀ ਹੁਣ ਉਹਨੇ ਟਕਾ ਭਰ ਦਿੱਤਾ। ਕਿੰਨਾ? 20 ਲੱਖ। 20 ਲੱਖ ਟਕਾ ਭਰ ਦਿੱਤਾ ਤੇ ਖਜ਼ਾਨਾ ਖਾਲੀ ਹੋ ਗਿਆ ਲਖਪਤ ਰਾਏ ਦਾ, ਤੇ 10 ਲੱਖ ਟਕਾ ਰਹਿ ਗਿਆ। ਮੀਰ ਮੰਨੂ ਕਹਿੰਦਾ ਮੈਨੂੰ ਤਾਂ ਪੂਰਾ 30 ਚਾਹੀਦਾ। ਉਹ ਕਹਿੰਦਾ ਮਹਾਰਾਜ ਮੇਰੇ ਕੋਲ ਤਾਂ 20 ਹੈ, ਬਾਕੀ ਮੇਰਾ ਖਜ਼ਾਨਾ ਖਾਲੀ ਹੋ ਗਿਆ। ਮੀਰ ਮੰਨੂ ਕਹਿੰਦਾ ਨਹੀਂ, ਤੇਰਾ ਦੋਸ਼ ਹੈ, ਤੂੰ ਗਲਤੀ ਕੀਤੀ, ਪਾਪ ਕੀਤਾ, ਤੈਨੂੰ ਜਿਹੜਾ ਡੰਡ ਲੱਗਿਆ ਹੈ ਇਹ ਡੰਡ ਤੈਨੂੰ ਭੋਗਣਾ ਹੀ ਪੈਣਾ ਹੈ। ਜਿਹੜੇ ਦੀਵਾਨ ਕੋੜਾ ਮੱਲ ਸਨ ਉਹ ਗੁਰੂ ਘਰ ਦੇ ਪ੍ਰੇਮੀ ਸਹਿਜਧਾਰੀ ਸਿੱਖ ਸਨ। ਉਹਨਾਂ ਨੇ ਮੀਰ ਮੰਨੂ ਨਾਲ ਗੱਲ ਕਰ ਲਈ, ਕਿਉਂਕਿ ਉਹ ਮੀਰ ਮੰਨੂ ਦੇ ਦੀਵਾਨ ਸਨ, ਕੋੜਾ ਮੱਲ ਦੀਵਾਨ। ਉਹਨਾਂ ਨੇ ਜਾ ਕੇ ਮੀਰ ਮੰਨੂ ਨਾਲ ਗੱਲ ਕੀਤੀ। ਆਖਿਆ ਵੀ ਲੱਖੂ ਮੈਨੂੰ ਦੇ ਦਿਓ ਤੇ ਇਹਦੇ 10 ਲੱਖ ਟਕੇ ਮੈਂ ਭਰ ਦੇਣਾ ਆ। ਉਹ ਕਹਿੰਦਾ ਠੀਕ ਹੈ। ਇਸ ਤਰ੍ਹਾਂ ਉਹਨਾਂ ਨੇ ਫਿਰ 10 ਲੱਖ ਟਕੇ ਜਿਹੜੇ ਲਿਖ ਦਿੱਤੇ ਕਿ ਤੂੰ ਸਾਨੂੰ ਇਹ ਜਿਹੜਾ ਪਾਪੀ ਲਖਪਤ ਰਾਏ ਸੌਂਪੇਗਾ
ਤੇ ਅਸੀਂ ਇਸੇ ਪ੍ਰਕਾਰ ਤੈਨੂੰ ਉਹਦੇ ਬਦਲੇ ਵਿੱਚ 10 ਲੱਖ ਟਕਾ ਦੇਵਾਂਗੇ। ਜਿਵ ਸਿੱਖਨ ਉਸ ਦੁਖ ਦਇਓ। ਸਾਧ ਸੰਗਤ ਜੀ, ਜਿਉਂ-ਜਿਉਂ ਲਖਪਤ ਰਾਏ ਨੇ ਸਿੰਘਾਂ ਨੂੰ ਦੁੱਖ ਦਿੱਤਾ, ਜਿਵੇਂ-ਜਿਵੇਂ ਤਕਲੀਫ ਸਿੰਘਾਂ ਨੂੰ ਦਿੱਤੀ ਹੈ, ਕੋ ਸਭੀ ਸੁਨਾਵਤ ਭਇਓ। ਇਸ ਤਰ੍ਹਾਂ ਲਖਪਤ ਰਾਏ ਦੀਆਂ ਕਰਤੂਤਾਂ ਦੀਵਾਨ ਕੋੜਾ ਮੱਲ ਨੇ ਮੀਰ ਮੰਨੂ ਨੂੰ ਸੁਣਾਈਆਂ ਹਨ। ਦੋਹਰਾ ਆਪਣੇ ਹੀ ਚਕਰਾਲ ਸਿੰਘ ਤੈ ਫੜ ਲਏ ਬੇਦੋਸ਼। ਸਾਧ ਸੰਗਤ ਜੀ, ਦੀਵਾਨ ਕੋੜਾ ਮੱਲ ਕਹਿਣ ਲੱਗੇ ਸੰਬੋਧਨ ਕਰਕੇ, ਸਾਰੀ ਗੱਲ ਸੁਣਾ ਰਹੇ ਨੇ ਮੀਰ ਮੰਨੂ ਨੂੰ, ਤੇ ਲਖਪਤ ਰਾਏ ਉੱਥੇ ਸੀ ਆਖਣ ਲੱਗੇ, ਦੁਸ਼ਟਾ ਤੂੰ ਆਪਣੇ ਚਕਰੈਲ ਸਿੰਘ ਵੀ ਫੜ ਲਏ। ਚਕਰੈਲ ਸਿੰਘ ਉਹਨਾਂ ਨੂੰ ਕਹਿੰਦੇ ਜਿਹੜੇ ਨੌਕਰੀ ਕਰਦੇ ਸਨ ਇਹਦੀ, ਵੀ ਤੇਰੀ ਫੌਜ ਦੇ ਵਿੱਚ ਹੋਰ ਜਿਹੜੇ ਸਿੰਘ ਸਨ, ਜਿਹੜੇ ਨੌਕਰੀ ਚਾਕਰੀ ਸਰਕਾਰ ਦੀ ਕਰਦੇ ਸਨ, ਉਹਨਾਂ ਬੇਦੋਸ਼ੇ ਸਿੰਘਾਂ ਨੂੰ ਫੜ ਕੇ ਵੀ ਤੂੰ ਮਾਰ ਦਿੱਤਾ ਹੈ। ਮੋਮਬੱਤੀ ਨੇ ਮਾਰ ਤੂੰ ਕਹਿ ਰਹੇ ਲਾਹੌਰੀ ਜੋਸ਼। ਲਾਹੌਰ ਦੇ ਇਥੋਂ ਜਿਹੜੇ ਸਿਆਣੇ ਸਿਆਣੇ ਭਲੇ ਪੁਰਸ਼ ਸਨ, ਉਹ ਤੈਨੂੰ ਆ ਕੇ ਕਹਿੰਦੇ ਰਹੇ ਵੀ ਅੱਜ ਸੋਮਵਾਰੀ ਮੱਸਿਆ। ਪਹਿਲਾਂ ਉਹਨਾਂ ਨੇ ਤੈਨੂੰ ਬੇਨਤੀਆਂ ਕੀਤੀਆਂ ਵੀ ਤੂੰ ਨਾ ਮਾਰ, ਤੂੰ ਇਹੀ ਕਹਿੰਦਾ ਰਿਹਾ ਜੇ ਰੱਬ ਆ ਜਾਏ ਨਾ ਕਹਿਣ ਵਾਸਤੇ ਆਪ, ਤੇ ਮੈਂ ਤਾਂ ਵੀ ਨਹੀਂ ਛੱਡਾਂਗਾ ਇਹਨਾਂ ਨੂੰ। ਫਿਰ ਉਹਨਾਂ ਨੇ ਤੈਨੂੰ ਇਹ ਕਿਹਾ ਸੀ ਸੋਮਵਾਰੀ ਮੱਸਿਆ, ਅੱਜ ਨਾ ਮਾਰ, ਕੱਲ ਤੂੰ ਆਪਣੀ ਮਰਜ਼ੀ ਕਰ ਲਈ। ਇਹਦੇ ਬਾਵਜੂਦ ਵੀ ਤੂੰ ਸਿੰਘਾਂ ਦਾ ਕਤਲ ਕੀਤਾ, ਕਿਸੇ ਦੀ ਗੱਲ ਨਹੀਂ ਮੰਨੀ। ਜੋ ਭਈ ਤੂੰ ਨਹਿ ਟਲਿਓ ਉਸ ਦਿਨ ਮਾਰੇ। ਉਸ ਦਿਨ ਤੂੰ ਟਲਿਆ ਨਹੀਂ, ਤੂੰ ਸਿੰਘਾਂ ਦਾ ਕਤਲ ਕਰ ਦਿੱਤਾ ਹੈ। ਇਸ ਤਰ੍ਹਾਂ ਤੂੰ ਸਿੰਘਾਂ ਦੇ ਨਾਲ ਬੜੇ ਜੰਗ ਕੀਤੇ ਹਨ। ਐਸੀ ਔਰ ਸੁਣਾਈ। ਇਹੋ ਜੀਆਂ ਜਿੰਨੀਆਂ ਉਹਨੇ ਕਾਲੀਆਂ ਕਰਤੂਤਾਂ ਕੀਤੀਆਂ ਸਨ ਲਖਪਤ ਰਾਏ ਨੇ, ਦੀਵਾਨ ਕੋੜਾ ਮੱਲ ਨੇ ਸਾਰੀਆਂ ਸੁਣਾਈਆਂ ਹਨ। ਸਿਉ ਜੈਸੀ ਕਮਾਈ। ਇਹਨੇ ਸਿੰਘਾਂ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਕੀਤਾ ਉਹ ਸਭ ਕੁਝ ਸੁਣਾਇਆ ਹੈ। ਜੈਸ ਕਰਾਇਓ। ਜਿਸ ਪ੍ਰਕਾਰ ਉਹਨੇ ਘੱਲੂ ਘਾਰਾ ਕਰਾਇਆ ਹੈ। ਬੈਠੇ ਗਰੀਬ ਸਿੱਖ ਘਰੋਂ ਮਰਵਾਇਓ। ਜਿਵੇਂ ਗਰੀਬ ਸਿੱਖ ਘਰਾਂ ਵਿੱਚ ਬੈਠੇ, ਜਿਵੇਂ ਉਹਨਾਂ ਗਰੀਬ ਸਿੱਖਾਂ ਨੂੰ ਮਰਵਾਇਆ, ਇਹ ਸਾਰੀ ਗੱਲ ਮੀਰ ਮੰਨੂ ਨੂੰ ਦੱਸੀ ਹੈ। ਗੁਰੂ ਨਾਮ ਤੇ ਕਹਿਣ ਹਟਾਇਓ। ਇਹ ਵੀ ਕਹਿ ਦਿੱਤਾ ਕਿ ਇਹਨੇ ਗੁਰੂ ਤੱਕ ਦਾ ਨਾਮ ਵੀ ਕਹਿਣਾ ਹਟਵਾ ਦਿੱਤਾ, ਵੀ ਕਿਸੇ ਨੇ ਗੁਰੂ ਨਹੀਂ ਕਹਿਣਾ। ਪੋਥੀ ਗ੍ਰੰਥ ਤੇ ਖੂਹ ਡੁਬਾਇਓ। ਪੋਥੀ ਗੁਰੂ ਕੀ ਬਾਣੀ ਦੇ ਗ੍ਰੰਥ ਜਿਹੜੇ ਸਨ, ਬਾਣੀ ਦੇ ਗੁਟਕੇ ਵੀ ਖੂਹ ਦੇ ਵਿੱਚ, ਨਦੀਆਂ ਦਰਿਆਵਾਂ ਵਿੱਚ ਡੋਬ ਦਿੱਤੇ ਹਨ। ਲੋਕ ਹੈ ਦੀਨੀ ਮੁਸ਼ਕਲ ਚੜਾਏ। ਤੇ ਫਿਰ ਅੱਗੋਂ ਮੀਰ ਮੰਨੂ ਕਹਿੰਦਾ, ਫਿਰ ਤੁਹਾਡਾ ਦੋਸ਼ੀਆ ਲੈ ਜਾਓ, ਜੋ ਸਜ਼ਾ ਦੇਣੀ ਇਹਨੂੰ ਫਿਰ ਦਿਓ। ਦੀਵਾਨ ਕੋੜਾ ਮੱਲ ਨੇ ਉਹਨੂੰ ਫੜ ਲਿਆ ਤੇ ਉਹਦੀਆਂ ਮੁਸ਼ਕਾਂ ਚੜਾ ਦਿੱਤੀਆਂ, ਬਾਹਾਂ ਬੰਨ੍ਹ ਦਿੱਤੀਆਂ ਹਨ। ਸਿਹਤਖਾਨੇ ਮੈਂ ਦਿਓ ਗਰਾਏ। ਉਹਨੂੰ ਜਾ ਕੇ ਸਿਹਤਖਾਨੇ ਸੁੱਟ ਦਿੱਤਾ। ਕਿੱਥੇ ਜਿੱਥੇ ਲੋਕ ਜਾ ਕੇ ਜੰਗਲ ਪਾਣੀ ਕਰਦੇ ਸਨ, ਭਾਵ ਇੱਕ ਟੋਆ ਪੁੱਟ ਦਿੱਤਾ, ਤੇ ਟੋਆ ਪੁੱਟ ਕੇ ਤੇ ਹੇਠਲੇ ਪਾਸੇ ਬਿਠਾ ਦਿੱਤਾ, ਤੇ ਲੋਕ ਉੱਥੇ ਬਹਿ ਕੇ ਜੰਗਲ ਪਾਣੀ ਫਿਰਦੇ ਸਨ। ਉੱਥੇ ਜਾ ਕੇ ਲੱਖੂ ਨੂੰ ਬਿਠਾ ਦਿੱਤਾ ਹੈ। ਸਿੱਖਣ ਤੇ ਤਿਸ ਸੀਸ ਹਗਾਇਓ। ਤੇ ਉੱਥੋਂ ਲੋਕਾਂ ਨੂੰ ਆਖਿਆ ਜਾਓ ਜਾ ਕੇ ਉੱਥੇ ਜੰਗਲ ਪਾਣੀ ਖੇਡੋ। ਇਸ ਤਰ੍ਹਾਂ ਉਹ ਥੱਲੇ ਬੈਠਾ ਹੋਇਆ ਸੀ ਤੇ ਲੋਕ ਉਹਦੇ ਸਿਰ ਤੇ ਜਾ ਕੇ ਜੰਗਲ ਪਾਣੀ ਕਰਦੇ ਹਨ। ਔਰ ਲੋਕਾਂ ਤੇ ਸੀਸ ਮੁਤਾਇਓ। ਇਸ ਤਰ੍ਹਾਂ ਦੂਜੇ ਲੋਕਾਂ ਪਾਸੋਂ ਲੱਖੂ ਦੇ ਸਿਰ ਦੇ ਉੱਪਰ ਉਹਨੇ ਪਿਸ਼ਾਬ ਵੀ ਕਰਾਇਆ ਹੈ। ਦੋਹਰਾ ਐਸੀ ਕੋੜਾ ਮਲ ਕਰੀ ਲੱਖੂ ਬਾਪ ਬਣਾਏ। ਲੱਖੂ ਦਾ ਬਾਪ ਬਣਾ ਕੇ ਦੀਵਾਨ ਕੋੜਾ ਮੱਲ ਨੇ ਇਸ ਤਰ੍ਹਾਂ ਉਹਦੇ ਨਾਲ ਕੀਤੀ, ਕੁੱਤਿਆਂ ਦੇ ਨਾਲ ਝੂਠ ਖਵਾਈ ਉਹਨੂੰ, ਲੋਕਾਂ ਕੋਲੋਂ ਹਗਾਇਆ ਉਹਦੇ ਸਿਰ ਦੇ ਉੱਪਰ, ਲੋਕਾਂ ਕੋਲੋਂ ਪਿਸ਼ਾਬ ਕਰਾਇਆ ਉਹਦੇ ਸਿਰ ਦੇ ਉੱਪਰ। ਜਿੱਥੇ ਲੋਕ ਜਾ ਕਰਕੇ ਪਾਖਾਨਾ ਬਹਿੰਦੇ ਸਨ ਉੱਥੇ ਜਾ ਕੇ ਸੁੱਟਿਆ ਹੇਠਲੇ ਪਾਸੇ। ਇਹੋ ਜੀ ਉਹਨੂੰ ਸਜ਼ਾ ਦਿੱਤੀ ਹੈ। ਇਹੋ ਜਿਹੇ ਮਾੜੇ ਕਰਮ ਲਖਪਤ ਰਾਏ ਨੇ ਕੀਤੇ ਸਨ, ਜਿਹੋ ਜਿਹੇ ਕਰਮ ਕੀਤੇ ਸਨ, ਇਹੋ ਜੀ ਸਜ਼ਾ ਲਖਪਤ ਰਾਏ ਨੇ ਪ੍ਰਾਪਤ ਕੀਤੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ, ਜਿਵੇਂ ਮੈਂ ਇਹ ਕਥਾ ਸੁਣੀ ਹੈ ਭਾਈ, ਮੈਂ ਉਸੇ ਤਰ੍ਹਾਂ ਹੀ ਸ੍ਰੀ ਗੁਰਪੰਥ ਪ੍ਰਕਾਸ਼ ਵਿੱਚ ਲਿਖ ਦਿੱਤੀ ਹੈ। ਇਸੇ ਪ੍ਰਕਾਰ 1805 ਦੇ ਵਿੱਚ ਬਿਕਰਮੀ ਸੰਮਤ ਦੇ ਵਿੱਚ ਲਖਪਤ ਰਾਏ ਨੂੰ ਦੀਵਾਨ ਕੋੜਾ ਮੱਲ ਨੇ ਸਜ਼ਾ ਦੇ ਕੇ ਮਾਰਿਆ ਹੈ। ਸਾਧ ਸੰਗਤ ਜੀ, ਸਮਾਂ ਬਤੀਤ ਹੁੰਦਾ ਗਿਆ। ਜਿੰਨੀ ਦੇਰ ਤੱਕ ਤਾਂ ਦੀਵਾਨ ਕੋੜਾ ਮੱਲ ਜਿਉਂਦੇ ਰਹੇ ਸਨ, ਮੀਰ ਮੰਨੂ ਜਿਹੜਾ ਸੀ ਉਹ ਸਿੰਘਾਂ ਦੇ ਨਾਲ ਕੁਝ ਸਮਾਂ ਸਹੀ ਰਿਹਾ, ਪਰ ਬਾਅਦ ਵਿੱਚ ਫਿਰ ਉਹ ਵੀ ਬਿਟਰ ਗਿਆ। ਦੀਵਾਨ ਕੋੜਾ ਮੱਲ ਜੀ ਦੇ ਚੜ੍ਹਾਈ ਕਰਨ ਤੋਂ ਬਾਅਦ ਜਿਹੜਾ ਮੀਰ ਮੰਨੂ ਸੀ ਸਿੰਘਾਂ ਤੇ ਅਤਿਆਚਾਰ ਕਰਨ ਲੱਗ ਪਿਆ।
ਇਸ ਤਰ੍ਹਾਂ ਹੁਣ ਜਿਹੜਾ ਅਗਲਾ ਪ੍ਰਕਰਨ ਚੱਲਣ ਲੱਗਾ ਹੈ, ਤਬੈ ਖਾਲਸੈ ਦੁੱਖ ਲਿਓ ਵਿੱਚ ਝਾੜਨ ਅੜਿਓ ਨਾ ਜਾਏ। ਖਾਲਸੇ ਨੇ ਬੜੇ ਦੁੱਖਾਂ ਦੀ ਪ੍ਰਾਪਤੀ ਕੀਤੀ, ਬੜਾ ਸੰਕਟ ਦਾ ਸਮਾਂ ਉਹਨਾਂ ਨੇ ਸਿਰ ਤੇ ਹੰਢਾਇਆ। ਹੁਣ ਸਿੰਘ ਕਹਿੰਦੇ ਨੇ ਵੀ ਝਾੜਾਂ ਦੇ ਵਿੱਚ ਬਹੁਤਾ ਸਮਾਂ ਨਹੀਂ ਰਿਹਾ ਜਾਂਦਾ, ਵੀ ਆਪਾਂ ਕਿੰਨਾ ਕੁ ਸਮਾਂ ਝਾੜਾਂ ਦੇ ਵਿੱਚ ਰਹਿ ਕੇ ਗੁਜ਼ਾਰਾਂਗੇ, ਕਿੰਨਾ ਕੁ ਸਮਾਂ ਜੰਗਲਾਂ ਵਿੱਚ ਖੱਡਾਂ ਵਿੱਚ ਰਹਿ ਕੇ ਤੁਰਕਾਂ ਦੇ ਨਾਲ ਜੰਗ ਕਰਾਂਗੇ। ਸਿੰਘਾਂ ਨੇ ਸਲਾਹ ਕਰ ਲਈ ਵੀ ਇਸ ਤਰ੍ਹਾਂ ਕਰੋ ਵੀ ਕੋਈ ਕੰਧ ਬਣਾ ਲਓ, ਕੋਈ ਮੋਰਚਾ ਬਣਾ ਲਓ, ਕੋਈ ਕਿਲਾ ਬਣਾ ਲਓ, ਤਾਂ ਕਿ ਉਹਦੇ ਵਿੱਚ ਖੜ ਕੇ ਤੇ ਦੁਸ਼ਮਣ ਦੇ ਨਾਲ ਲੜਿਆ ਜਾ ਸਕੇ। ਇਸ ਤਰ੍ਹਾਂ ਸਿੰਘ ਫਿਰ ਇੱਕ ਕੰਧ ਬਣਾਉਣਾ ਚਾਹੁੰਦੇ ਹਨ, ਤੇ ਸਿੰਘ ਕਹਿੰਦੇ ਨੇ ਵੀ ਅੜਨ ਵਾਸਤੇ ਕੋਈ ਨਾ ਕੋਈ ਸਹਾਰਾ ਤਾਂ ਚਾਹੀਦਾ ਨਾ, ਕੋਈ ਕੰਧ, ਕੋਈ ਮੋਰਚਾ, ਕੋਈ ਕਿਲਾ ਚਾਹੀਦਾ। ਉੱਥੇ ਅਸੀਂ ਖੜ ਕੇ ਅੜ ਸਕੀਏ, ਤੁਰਕਾਂ ਦੇ ਨਾਲ ਲੜ ਸਕੀਏ, ਸ਼ਹੀਦ ਹੋ ਸਕੀਏ। ਤੇ ਕੋਈ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ ਵੀ ਆਪਾਂ ਕਿਲਾ ਹੀ ਮੱਲ ਲੈਨੇ ਆ, ਵੀ ਜਿਹੜੇ ਪਹਿਲਾਂ ਕਿਲਾ ਹੈ ਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜੇ ਪੁਰਾਣੇ ਕਿਲੇ ਬਣੇ ਨੇ, ਵੀ ਆਪਾਂ ਇਸ ਤਰ੍ਹਾਂ ਕਰਦੇ ਆ ਵੀ ਉਹ ਕਿਲੇ ਮੱਲ ਲੈਂਦੇ ਹਾਂ। ਕੋਈ ਸਿੰਘ ਕਹਿਣ ਲੱਗਾ ਵੀ ਕਿਉਂ ਕਿਲਿਆਂ ਦੇ ਚੱਕਰ ਵਿੱਚ ਪੈਂਦੇ ਹੋ, ਵੀ ਆਪਾਂ ਨੂੰ ਝਾੜੀਆਂ ਹੀ ਠੀਕ ਨੇ, ਉੱਥੇ ਆਪਾਂ ਜਾ ਕੇ ਜੰਗ ਲੜ ਲੈਨੇ ਆ ਤੇ ਤੁਰਕ ਡਰਦੇ ਮਾਰੇ ਝਾੜਾਂ ਵਿੱਚ ਨਹੀਂ ਵੜਦੇ। ਜਿਹੜੇ ਸਿਆਣੇ ਸਿੰਘ ਸਨ ਉਹਨਾਂ ਨੇ ਫਿਰ ਇਹ ਸਲਾਹ ਦਿੱਤੀ ਹੈ। ਆਖਣ ਲੱਗੇ ਸਿੰਘੋ, ਆਸਰੇ ਤੋਂ ਬਿਨਾਂ ਤਾਂ ਸ਼ੇਰ ਵੀ ਜਿਉਂਦਾ ਨਹੀਂ ਬਚਦਾ। ਸ਼ੇਰ ਵੀ ਜਿਹੜਾ ਨਾ ਝੱਲ ਦੇ ਆਸਰੇ ਰਹਿੰਦਾ, ਉਹਨੂੰ ਵੀ ਲੁਕਣ ਵਾਸਤੇ ਕੋਈ ਨਾ ਕੋਈ ਥਾਂ ਚਾਹੀਦੀ ਹੈ। ਇਸ ਤਰ੍ਹਾਂ ਦੀਵਾਨ ਲਾ ਕੇ ਗੁਰੂ ਕੇ ਖਾਲਸੇ ਪੰਥ ਨੇ ਆਪਸ ਵਿੱਚ ਮਤਾ ਪਕਾਇਆ ਹੈ। ਜਿਹੜੇ ਸਿੱਦਕੀ ਸਿੰਘ ਸਨ ਉਹਨਾਂ ਨੇ ਇਸ ਤਰ੍ਹਾਂ ਵਿਚਾਰ ਕੀਤੀ ਹੈ। ਆਖਣ ਲੱਗੇ ਵੀ ਆਪਾਂ ਕਿਵੇਂ ਕਿਲੇ ਦੇ ਵਿੱਚ ਜਾ ਕੇ ਜੰਗ ਕਰੀਏ, ਕਿਵੇਂ ਕਿਲੇ ਦੀ ਪ੍ਰਾਪਤੀ ਕਰੀਏ, ਇਹ ਵਿਚਾਰਾਂ ਕਰਨ ਲੱਗੇ ਹਨ। ਕਈ ਸਿੰਘ ਕਹਿੰਦੇ ਨੇ ਵੀ ਇਹ ਕਿੱਦਾਂ ਹੋ ਸਕਦਾ ਹੈ ਵੀ ਆਪਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਛੱਡ ਕੇ ਤੇ ਕਿਤੇ ਦੂਰ ਜਾ ਕੇ ਕਿਲਾ ਬਣਾਈਏ, ਉੱਥੇ ਜਾ ਕੇ ਅਸੀਂ ਸ਼ਹੀਦ ਹੋਈਏ। ਇਹਦੇ ਨਾਲੋਂ ਚੰਗਾ ਤਾਂ ਇਹੀ ਹੈ ਵੀ ਅੰਮ੍ਰਿਤਸਰ ਸਾਹਿਬ ਇੱਥੇ ਕੁਝ ਨਾ ਕੁਝ ਕਰ ਲਈਏ ਤੇ ਇੱਥੇ ਹੀ ਆਪਾਂ ਸ਼ਹੀਦ ਹੋ ਜਾਈਏ। ਜਿਹੜੇ ਕੈਰਵ ਤੇ ਪਾਂਡਵ ਸਨ ਉਹ ਕੁਰਸ਼ੇਤਰ ਦੀ ਧਰਤੀ ਤੇ ਲੜੇ ਤੇ ਉੱਥੇ ਹੀ ਮਾਰੇ ਗਏ। ਉਹਨਾਂ ਨੇ ਵੀ ਵਿਚਾਰ ਕੀਤੀ ਵੀ ਸਾਡੇ ਲਈ ਇਹੀ ਜਗ੍ਹਾ ਪਵਿੱਤਰ ਹੈ। ਇਸ ਤਰ੍ਹਾਂ ਕੁਰਸ਼ੇਤਰ ਦੇ ਵਿੱਚ ਕੌਰਵ ਤੇ ਪਾਂਡਵ ਜਿਹੜੇ ਸਨ ਜੰਗ ਕਰਦੇ ਮਾਰੇ ਗਏ, ਤੇ ਕਹਿੰਦੇ ਆਪਾਂ ਕਿਉਂ ਆਪਣੀ ਧਰਤੀ ਛੱਡੀਏ, ਸਾਡੇ ਵਾਸਤੇ ਤਾਂ ਸਭ ਤੋਂ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਦੀ ਹੈ। ਜਿਸ ਤਰ੍ਹਾਂ ਕਹਿੰਦੇ ਕੁਰਸ਼ੇਤਰ ਦੀ ਧਰਤੀ ਹੈ ਨਾ, ਪਵਿੱਤਰ ਧਰਤੀ ਮੰਨੀ ਜਾਂਦੀ ਹੈ, ਤੇ ਉੱਥੇ ਕੌਰਵ ਤੇ ਪਾਂਡਵ ਇਹ ਜਾਣ ਕੇ ਸ਼ਹੀਦ ਹੋ ਗਏ ਵੀ ਧਰਤੀ ਬੜੀ ਪਵਿੱਤਰ ਹੈ। ਉਹਨਾਂ ਨੇ ਆਪਣੀ ਧਰਤੀ ਨਹੀਂ ਛੱਡੀ, ਅਸੀਂ ਕਿਉਂ ਆਪਣੀ ਧਰਤੀ ਛੱਡੀਏ। ਸਾਡੇ ਵਾਸਤੇ ਗੁਰਦੁਆਰਾ ਸਾਹਿਬ ਦੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ, ਹਰਿਮੰਦਰ ਸਾਹਿਬ ਦੀ ਧਰਤੀ ਸਭ ਤੋਂ ਜ਼ਿਆਦਾ ਪਵਿੱਤਰ ਹੈ। ਜੇ ਸ਼ਹੀਦ ਹੋਵਾਂਗੇ ਤੇ ਇਸੇ ਧਰਤੀ ਤੇ ਸ਼ਹੀਦ ਹੋਵਾਂਗੇ। ਇਸ ਤਰ੍ਹਾਂ ਜੇ ਗੁਰਦੁਆਰਾ ਸਾਹਿਬ ਦੇ ਨੇੜੇ ਢਿੱਗ ਹੋ ਕਰਕੇ ਆਪਾਂ ਸ਼ਹੀਦ ਹੋਵਾਂਗੇ ਨਾ, ਤੇ ਹਜ਼ਾਰਾਂ ਜਨਮ ਜੇ ਮਿਲੇ ਤੇ ਸਿੱਖਾਂ ਦੇ ਘਰ ਵਿੱਚ ਹੀ ਪ੍ਰਾਪਤ ਹੋਣਗੇ, ਵਾਰ-ਵਾਰ ਗੁਰੂ ਕੇ ਸਿੱਖ ਹੀ ਬਣਾਂਗੇ। ਇਸ ਤਰ੍ਹਾਂ ਸਿੰਘ ਕਹਿਣ ਲੱਗੇ ਵੀ ਫਿਰ ਆਪਾਂ ਨੂੰ ਕੋਈ ਨਾ ਕੋਈ ਜਗ੍ਹਾ ਵੀ ਵੇਖਣੀ ਚਾਹੀਦੀ ਹੈ। ਕੋਈ ਸਿਆਣਾ ਸਿੰਘ ਬੈਠਾ ਸੀ, ਉਹਨੇ ਇੱਕ ਗੱਲ ਆਖੀ ਹੈ ਕਿ ਗੁਰੂ ਸਾਹਿਬ ਜੀ ਨੇ 5 ਸਰੋਵਰ ਜਿਹੜੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਣਾਏ ਹਨ। ਸਾਧ ਸੰਗਤ ਜੀ, ਗੁਰੂ ਰਾਮਦਾਸ ਮਹਾਰਾਜ ਨੇ ਸਰੋਵਰਾਂ ਦੀ ਸੇਵਾ ਆਰੰਭ ਕੀਤੀ, ਤੇ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸੰਪੂਰਨਤਾ ਕੀਤੀ ਨਾ ਸਰੋਵਰਾਂ ਦੀ। 5 ਸਰੋਵਰ ਬਣਾਏ ਸਨ ਮੇਰੇ ਪਾਤਸ਼ਾਹ ਨੇ, ਜੈਸੇ ਅੰਮ੍ਰਿਤਸਰ ਸਾਹਿਬ, ਵਿਵੇਕਸਰ, ਕੌਲਸਰ, ਸੰਤੋਖਸਰ ਤੇ ਰਾਮਸਰ। ਇਹ 5 ਪਾਵਨ ਸਰੋਵਰ ਨੇ। ਕੌਲਸਰ ਦੀ ਸੇਵਾ ਜਿਹੜੀ ਉਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਰਵਾਈ ਸੀ। ਇਸ ਤਰ੍ਹਾਂ ਇਹ 5 ਜਿਹੜੇ ਸਰੋਵਰ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਣਾਏ। ਤੇ ਸਿੰਘ ਕਹਿਣ ਲੱਗੇ 5 ਸਰ ਜੋ ਗੁਰੂ ਬਣਾਏ, ਇਹ ਜਿਹੜੇ 5 ਸਰ ਨੇ
ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਬਣਾਏ ਹਨ। ਇਸਤੇ ਭੂਮ ਔਰ ਕਤ ਭਲੀ। ਕਹਿੰਦੇ ਕੁਰਸ਼ੇਤਰ ਨਾਲੋਂ ਤਾਂ ਇਹ ਕਿਤੇ ਪਵਿੱਤਰ ਜਗ੍ਹਾ ਹੈ, ਕੁਰਸ਼ੇਤਰ ਨਾਲੋਂ ਕਿਤੇ ਇਹ ਪਵਿੱਤਰ ਸਥਾਨ ਹੈ। ਕੁਰ ਰਾਜੇ ਤੋਂ ਕੁਰਸ਼ੇਤਰ ਦੀ ਧਰਤੀ ਬਣੀ। ਜਿਵੇਂ ਲਵ ਸੀਗਾ ਤੇ ਕੁਸ਼ ਸੀਗਾ, ਉਹਨਾਂ ਦੇ ਨਾਵਾਂ ਤੋਂ ਇਹ ਸ਼ਹਿਰ ਵਸੇ ਸਨ। ਲਵ ਦੇ ਨਾਂ ਤੋਂ ਲਾਹੌਰ ਵਸਿਆ ਤੇ ਇਸੇ ਤਰ੍ਹਾਂ ਕੁਰ ਦੇ ਨਾਮ ਤੋਂ ਇਹ ਕੁਰਸ਼ੇਤਰ ਵਸਿਆ। ਇਹ ਪਵਿੱਤਰ ਥਾਂ ਮੰਨੀ ਗਈ। ਕਹਿੰਦੇ ਕੁਰਸ਼ੇਤਰ ਜਿਹੜਾ ਉਹ ਇੰਨਾ ਸ਼ੁੱਧ ਪਵਿੱਤਰ ਨਹੀਂ ਜਿੰਨੀ ਪਵਿੱਤਰ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਧਰਤੀ, ਜਿੱਥੇ ਉਹਨਾਂ ਨੇ ਆਪਣੇ ਹੱਥੀਂ 5 ਸਰੋਵਰ ਬਣਾਏ ਹਨ। ਇਸ ਤੇ ਭੂਮ ਔਰ ਕਤ ਭਲੀ, ਇਸ ਤੋਂ ਹੋਰ ਜ਼ਿਆਦੀ ਚੰਗੀ ਭੂਮੀ ਧਰਤੀ ਹੋਰ ਕਿਹੜੀ ਹੋ ਸਕਦੀ ਹੈ। ਇਹ ਕਛ ਔਰ ਲਈਏ ਜਹ ਚਲੀ। ਸੋ ਇਸ ਕਰਕੇ ਆਪਾਂ ਇਸ ਜਗ੍ਹਾ ਨੂੰ ਛੱਡ ਕੇ ਹੋਰ ਕਿੱਥੇ ਭਲੀ ਜਗ੍ਹਾ ਲੱਭਾਂਗੇ। ਦੁਆਰੇ ਹੀ ਮਰਨੋ ਚਾਹੀਏ। ਇਸ ਕਰਕੇ ਗੁਰੂ ਦੇ ਦਰ ਤੇ ਹੀ ਮਰਨਾ ਚਾਹੀਦਾ ਹੈ। ਹੋਰ ਫੌਜ ਕਿਮ ਜਾਨ ਗਵਈਏ। ਹੋਰ ਜਗ੍ਹਾ ਤੇ ਜਾ ਕੇ ਅਸੀਂ ਆਪਣੀ ਫੌਜ ਦੀ ਕਿਉਂ ਜਾਨ ਗਵਾਈਏ। ਦੋਹਰਾ ਇਹਾਂ ਸੋ ਕੰਧ ਬਣਾਏ ਕਿਛ ਤੁਰਕ ਸੋ ਕਰੋ ਜੰਗ। ਤੇ ਇਸ ਕਰਕੇ ਸਿੰਘੋ ਇੱਥੇ ਹੀ ਕੰਧ ਬਣਾ ਲਓ, ਇੱਥੇ ਕੋਈ ਮੋਰਚਾ ਕੋਈ ਕਿਲਾ ਬਣਾ ਲਓ ਤੇ ਕਿਲੇ ਦੇ ਵਿੱਚ ਤੁਰਕਾਂ ਨਾਲ ਮਿਲ ਕੇ ਜੰਗ ਕਰਨਾ ਕਰੋ। ਮਰੈ ਤਾਂ ਸਵਰਗ ਸਿਧਾਰ ਹੈ ਬਚਲੇ ਪਤਸ਼ਾਹੀ ਅੰਗ। ਜੇ ਤਾਂ ਸ਼ਹੀਦ ਹੋ ਗਏ ਫਿਰ ਤਾਂ ਸੱਚਖੰਡ ਚਲੇ ਜਾਵਾਂਗੇ, ਤੇ ਜੇ ਬਚ ਗਏ ਤੇ ਆਪਾਂ ਪਾਤਸ਼ਾਹੀ ਦਾ ਹਿੱਸਾ ਬਣ ਜਾਵਾਂਗੇ। ਜਿਹੜੀ ਪਾਤਸ਼ਾਹੀ ਮਹਾਰਾਜ ਕਲਗੀਧਰ ਨੇ ਖਾਲਸੇ ਨੂੰ ਬਖਸ਼ਣੀ ਹੈ, ਉਹ ਪਾਤਸ਼ਾਹੀ ਸਾਨੂੰ ਪ੍ਰਾਪਤ ਹੋ ਜਾਵੇਗੀ। ਜੋ ਪਈ ਏਕ ਸਿੱਖ ਨੇ ਐਸ ਉਚਾਰਾ। ਇੱਕ ਸਿੱਖ ਨੇ ਫਿਰ ਅਜਿਹੇ ਬਚਨ ਆਖੇ ਹਨ। ਦੇਖਿਓ ਇੱਕ ਅਚਰਜ ਭਾਰਾ। ਉਹ ਸਿੱਖ ਕਹਿਣ ਲੱਗਾ ਵੀ ਸਿੰਘੋ ਮੈਂ ਨਾ ਇੱਕ ਬੜਾ ਭਾਰੀ ਅਚਰਜ ਕੌਤਕ ਵੇਖਿਆ ਹੈ। ਇੱਕ ਛੇਲੀ ਉਹਾਂ ਭੁੱਲ ਰਹੀ। ਕਹਿੰਦੇ ਹਨ ਵੀ ਇੱਕ ਬੱਕਰੀਆਂ ਚਰਾਉਣ ਵਾਲਾ ਜਿਹੜੀ ਨਾ ਬੱਕਰੀਆਂ ਚਰਾ ਰਿਹਾ ਸੀ ਆਪਣੀਆਂ, ਤੇ ਉਹ ਜਦੋਂ ਸ਼ਾਮ ਹੋਈ ਨਾ ਤੇ ਸ਼ਾਮ ਹੁੰਦਿਆਂ ਸਾਰ ਉਹ ਘਰ ਨੂੰ ਵਾਪਸ ਚਲਾ ਗਿਆ ਤੇ ਉਹਦੀ ਇੱਕ ਜਿਹੜੀ ਬੱਕਰੀ ਸੀ ਉਹ ਉੱਥੇ ਹੀ ਭੁੱਲ ਗਿਆ ਹੈ। ਸੋ ਵਿਆਇਤ ਉਹਾਂ ਭਈ। ਹੁਣ ਉਹ ਵਿਆਇਤ ਦਾ ਭਾਵ ਹੈ ਵੀ ਉੱਥੇ ਸੂ ਪਈ, ਉਹਨੇ ਬੱਚੇ ਨੂੰ ਜਨਮ ਦਿੱਤਾ ਹੈ। ਸੋ ਦੇਖ ਬਘਿਆੜਨ ਲਈ। ਹੁਣ ਜਦੋਂ ਬੱਕਰੀ ਨੇ ਉੱਥੇ ਬੱਚਿਆਂ ਨੂੰ ਜਨਮ ਦਿੱਤਾ ਤੇ ਉੱਥੇ ਇੱਕ ਬਘਿਆੜ ਬੈਠਾ ਹੋਇਆ ਸੀ, ਤੇ ਬਘਿਆੜਾਂ ਨੇ ਇਸ ਤਰ੍ਹਾਂ ਉਹ ਜਿਹੜੇ ਛੋਟੇ ਛੋਟੇ ਛੇਲੇ ਸਨ ਬੱਕਰੀ ਦੇ ਉਹ ਵੇਖ ਲਏ ਹਨ। ਬਘਿਆੜ ਦੋਏ ਜ਼ੋਰ ਲਗਈ। ਦੋ ਬਘਿਆੜ ਸਾਨੂੰ ਦੋਨੇ ਇਕੱਠੇ ਹੋ ਕੇ ਆ ਗਏ। ਉਹਨਾਂ ਨੇ ਜ਼ੋਰ ਲਾਣਾ ਸ਼ੁਰੂ ਕਰ ਦਿੱਤਾ ਵੀ ਇਹ ਬੱਕਰੀ ਦੇ ਜਿਹੜੇ ਬੱਚੇ ਛੇਲੇ ਨੇ ਉਹਨੂੰ ਅਸੀਂ ਖਾ ਸਕੀਏ। ਬੱਕਰੀ ਛੇਲੇ ਰਹੇ ਨਾ ਲੈਣ। ਪਰ ਉਹ ਬੱਕਰੀ ਨੇ ਉਹਨਾਂ ਨਾਲ ਟੱਕਰ ਲਈ ਪੂਰੀ, ਉਹਨਾਂ ਨਾਲ ਜੰਗ ਕੀਤਾ ਤੇ ਉਹਨੇ ਆਪਣੇ ਜਿਹੜੇ ਛੇਲੇ ਸਨ ਬਘਿਆੜਾਂ ਨੂੰ ਖਾਣ ਨਹੀਂ ਦਿੱਤੇ। ਐਸੀ ਦੇਖ ਬਾਕਸੂ ਮੈਨ। ਉਹ ਸਿੰਘ ਕਹਿੰਦਾ ਵੀ ਮੈਂ ਇਹੋ ਜਿਹਾ ਕੌਤਕ ਵੇਖਿਆ ਵੀ ਮੈਨੂੰ ਇਉਂ ਲੱਗਦਾ ਵੀ ਇਹ ਜਿਹੜੀ ਧਰਤੀ ਹੈ ਨਾ, ਇਹ ਧਰਤੀ ਬੜੀ ਸ਼ੁੱਧ ਹੈ। ਇਸ ਧਰਤੀ ਵਿੱਚ ਕੋਈ ਕਲਾ ਕੋਈ ਤਾਕਤ ਹੈ। ਇੱਥੇ ਤਾਂ ਬੱਕਰੀ ਵੀ ਬਘਿਆੜਾਂ ਦੇ ਨਾਲ ਜੰਗ ਕਰਨ ਵਾਸਤੇ ਤਿਆਰ ਬਰ ਤਿਆਰ ਹੋ ਜਾਂਦੀ, ਬਘਿਆੜਾਂ ਨੂੰ ਨੇੜੇ ਨਹੀਂ ਲੱਗਣ ਦਿੰਦੀ। ਦੋਹਰਾ ਤਬੈ ਖਾਲਸੇ ਉਸ ਕਹੀ ਹਮੇ ਹੈ ਸੁਣੇ ਨਾ ਗੱਲ। ਜਦੋਂ ਸਿੰਘਾਂ ਨੇ ਗੱਲ ਸੁਣੀ ਨਾ ਤੇ ਖਾਲਸਾ ਵਿੱਚੋਂ ਕਹਿਣ ਲੱਗਾ, ਕਹਿੰਦੇ ਸਿੰਘਾ ਵੀ ਅਸੀਂ ਇਹੋ ਜਿਹੀ ਗੱਲ ਨਹੀਂ ਸੁਣਦੇ। ਆ ਬੱਕਰੀ ਦੀ ਗੱਲ ਤੇ ਅਸੀਂ ਭਰੋਸਾ ਨਹੀਂ ਕਰਦੇ ਵੀ ਬੱਕਰੀ ਜਿਹੜੀ ਹੈ ਤੇ ਇਸ ਤਰ੍ਹਾਂ ਉਹਦੇ ਜਿਹੜੇ ਛੇਲੇ ਸਨ ਉਹ ਬਘਿਆੜ ਖਾ ਨਹੀਂ ਸਕੇ ਤੇ ਬੱਕਰੀ ਨੇ ਉਹਦੇ ਨਾਲ ਜੰਗ ਕੀਤਾ, ਵੀ ਅਸਾਂ ਆ ਬੱਕਰੀ ਦੀ ਗੱਲ ਨਹੀਂ ਮੰਨਦੇ। ਹਮਰੋ ਨਿਸ਼ਚਾ ਗੁਰੂ ਤੇ ਮਰੈ ਚਰਨ ਉਸ ਤਲ। ਕਾਰਨ ਕੀ ਹੈ ਵੀ ਸਾਡਾ ਨਿਸ਼ਚਾ ਸਾਡੇ ਗੁਰੂ ਤੇ ਹੈ। ਅਸੀਂ ਬੱਕਰੀ ਤੇ ਕਿਉਂ ਵਿਸ਼ਵਾਸ ਕਰੀਏ ਵੀ ਬੱਕਰੀ ਨੇ ਬਘਿਆੜਾਂ ਨਾਲ ਜੰਗ ਕੀਤਾ ਹੋਵੇਗਾ, ਪਰ ਅਸੀਂ ਬੱਕਰੀ ਤੇ ਨਹੀਂ ਭਰੋਸਾ ਕਰਨਾ। ਅਸੀਂ ਭਰੋਸਾ ਆਪਣੇ ਗੁਰੂ ਤੇ ਕਰਨਾ, ਕਿਉਂਕਿ ਕਲਾ ਗੁਰੂ ਦੀ ਹੈ ਨਾ, ਤਾਕਤ ਸਮਰੱਥਾ ਗੁਰੂ ਦੀ ਹੈ। ਬੱਕਰੀ ਨੇ ਵੀ ਜੇ ਬਘਿਆੜਾਂ ਨਾਲ ਜੰਗ ਕੀਤਾ, ਬਘਿਆੜ ਨੇੜੇ ਨਹੀਂ ਆਣ ਦਿੱਤੇ, ਕਲਾ ਤਾਂ ਗੁਰੂ ਦੀ ਵਰਤੀ ਹੈ ਨਾ, ਉੱਥੇ ਵੀ ਸਮਰੱਥਾ ਤਾਂ ਗੁਰੂ ਦੀ ਹੈ। ਇਸ ਕਰਕੇ ਸਮਰੱਥਾ ਸਾਡੇ ਗੁਰੂ ਦੀ ਹੈ ਤੇ ਸਾਡਾ ਨਿਸ਼ਚਾ ਵੀ ਸਾਡੇ ਗੁਰੂ ਉੱਪਰ ਹੈ। ਮਰੈ ਚਰਨ ਉਸ ਤਲ, ਤੇ ਉਸ ਗੁਰੂ ਦੇ ਚਰਨਾਂ ਦੇ ਹੇਠਾਂ ਜਾ ਕੇ ਅਸੀਂ ਮਰਾਂਗੇ। ਚੋਪਈ ਤਬ ਇੱਕ ਸਿੰਘ ਸਿਆਣੇ ਕਹੀ। ਉਥੇ ਫਿਰ ਇੱਕ ਸਿਆਣੇ ਸਿੰਘ ਨੇ ਗੱਲ ਆਖੀ ਹੈ। ਸਭੀ ਬਾਤ ਇਹਾਂ ਮਿਲ ਅਹੀ। ਸਿਆਣਾ ਸਿੰਘ ਕਹਿਣ ਲੱਗਾ, ਸਿੰਘੋ ਸਾਰੀਆਂ ਗੱਲਾਂ ਆਪਸ ਵਿੱਚ ਫਿਰ ਮਿਲ ਗਈਆਂ ਹਨ। ਪੰਜੋ ਸਾਜੇ ਗੁਰੂ ਬਣਾਏ। ਜਿਹੜੇ 5 ਸਰੋਵਰ ਗੁਰੂ ਸਾਹਿਬ ਨੇ ਬਣਾਏ ਹਨ, ਤਿਨਹੀ ਮੈਂ ਇੱਕ ਬਚਨ ਮਿਲਾਏ। ਚਲੋ ਉਹਨਾਂ ਵਿੱਚ ਇਹ ਵੀ ਇੱਕ ਬਚਨ ਰਲ ਗਿਆ। ਭਾਵ ਬੱਕਰੀ ਵਾਲੀ ਗੱਲ ਰਲ ਗਈ ਵੀ ਬੱਕਰੀ ਬਘਿਆੜਾਂ ਨਾਲ ਲੜੀ ਆ, ਵੀ ਕੋਈ ਨਾ ਕੋਈ ਕਲਾ ਤਾਂ ਹੈ ਨਾ ਉਸ ਧਰਤੀ ਦੇ ਉੱਪਰ, ਤਾਂ ਹੀ ਉਹਨੇ ਜੰਗ ਕੀਤਾ ਹੈ। ਵੀ 5 ਸਰੋਵਰ ਵੀ ਗੁਰੂ ਨੇ ਬਣਾਏ ਨੇ
ਤੇ ਇਹ ਗੱਲਾਂ ਜਿਹੜੀਆਂ ਆਪਸ ਵਿੱਚ ਰਲ ਗਈਆਂ ਹਨ। ਦੋਹਰਾ ਅੰਮ੍ਰਿਤਸਰ ਵਿਵੇਕਸਰ ਕੋਲ ਸਰਾ ਲਿਓ ਥਾਪ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਵਿਵੇਕਸਰ ਤੇ ਸ੍ਰੀ ਕੌਲਸਰ, ਇਹ ਜਿਹੜੇ ਤਿੰਨ ਪਾਵਨ ਸਰੋਵਰਾਂ ਦੇ ਨਾਮ ਹਨ। ਸੰਤੋਖ ਸਰ ਓ ਰਾਮ ਸਰ ਗੁਰੂ ਰਾਮਦਾਸ ਕਰੇ ਆਪ। ਸੰਤੋਖ ਸਰ ਤੇ ਇਸੇ ਪ੍ਰਕਾਰ ਰਾਮ ਸਰ, ਇਹ ਜਿਹੜੇ 5 ਸਰੋਵਰ ਮੇਰੇ ਪਾਤਸ਼ਾਹ ਨੇ ਆਪਣੇ ਹੱਥੀਂ ਬਣਾਏ, ਇਹਨਾਂ ਸਰੋਵਰਾਂ ਨੂੰ ਆਪਣੇ ਹੱਥੀਂ ਸੇਵਾ ਕਰਾ ਕੇ ਮਨੁੱਖਤਾ ਦੇ ਭਲੇ ਵਾਸਤੇ ਗੁਰੂ ਸਾਹਿਬ ਨੇ ਸਾਜਿਆ ਹੈ। ਚੌਪਈ ਰਾਮਦਾਸ ਸਾਜੇ 5 ਬਣਾਏ। ਇਸ ਪ੍ਰਕਾਰ ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਸ ਧਰਤੀ ਤੇ ਜਿਹੜੇ ਪਾਵਨ ਸਰੋਵਰ ਬਣਾਏ ਹਨ। ਇੱਕ ਥਾਂ ਲੀਜੇ ਕੰਧ ਚਿਣਾਏ। ਤੁਸੀਂ ਇਸ ਤਰ੍ਹਾਂ ਕਰੋ ਵੀ ਕਿਸੇ ਇੱਕ ਸਰੋਵਰ ਦੇ ਕੰਢੇ ਉੱਤੇ ਨਾ ਇੱਕ ਕੰਧ ਚਿਣ ਲਓ। ਮਰੈ ਤੁਰਕ ਤਹ ਆਪੇ ਆਏ। ਜਦੋਂ ਤੁਰਕ ਆਉਣਗੇ ਤੇ ਆਪੇ ਆ ਕੇ ਉੱਥੇ ਖਤਮ ਹੋ ਜਾਣਗੇ, ਮਾਰੇ ਜਾਣਗੇ। ਗੜੀ ਬਣਾਓ ਰਣ ਥਮ ਭਾਏ। ਇਸੇ ਪ੍ਰਕਾਰ ਕਹਿੰਦੇ ਨੇ ਵੀ ਤੁਸੀਂ ਇੱਕ ਗੜੀ ਜੀ ਬਣਾ ਲਓ ਤੇ ਉੱਥੇ ਜੰਗ ਦਾ ਥੰਬਾ ਗੱਡ ਲਓ। ਤੀ ਖੂਹੀ ਤਹ ਗੁਰੂ ਲਵਾਈ। ਇਸ ਤਰ੍ਹਾਂ ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਖੂਹੀ ਲਵਾਈ ਸੀ। ਤੇ ਥਾਂ ਲੀਨੀ ਨੀਹ ਧਰਾਈ। ਸਾਰੇ ਖਾਲਸੇ ਪੰਥ ਨੇ ਵਿਚਾਰ ਕਰਕੇ ਨਾ ਜਿਹੜੀ ਉਹ ਖੂਹ ਸੀ, ਉਹ ਖੂਹੀ ਦੇ ਕੋਲ ਜਾ ਕੇ ਨਾ ਉਹਨਾਂ ਨੇ ਨੀਂਹ ਪੱਥਰ ਰੱਖ ਲਿਆ। ਆਪੇ ਰਾਜ ਸਿੰਘ ਆਪੇ ਮਜੂਰ। ਤੇ ਸਿੰਘਾਂ ਨੇ ਫਿਰ ਇੱਕ ਕੱਚੀ ਜੀ ਗੜੀ ਕਹਿ ਲਓ ਵੀ ਕੱਲੀਆਂ ਕੰਧਾਂ ਹੀ ਖੜੀਆਂ ਕੀਤੀਆਂ ਸਨ, ਕੋਈ ਵੱਡਾ ਕਿਲਾ ਨਹੀਂ ਸੀ ਬਣਾਇਆ। ਤੇ ਇਸ ਤਰ੍ਹਾਂ ਸਿੰਘਾਂ ਨੇ ਕਹਿੰਦੇ ਉੱਥੇ ਨੀਂਹ ਪੱਥਰ ਰੱਖ ਕੇ ਨਾ ਕੱਚੀ ਗੜੀ ਬਣਾਉਣੀ ਸ਼ੁਰੂ ਕਰ ਦਿੱਤੀ। ਆਪੇ ਹੀ ਜਿਹੜੇ ਸਿੰਘ ਸਨ ਕਹਿੰਦੇ ਆਪੇ ਰਾਜ ਸਿੰਘ ਆਪੇ ਮਜ਼ਦੂਰ, ਆਪੇ ਰਾਜ ਮਿਸਤਰੀ ਨੇ ਤੇ ਆਪੇ ਹੀ ਮਜ਼ਦੂਰ ਨੇ, ਕਿਉਂਕਿ ਇਹ ਸਤਿਗੁਰਾਂ ਦਾ ਜਿਹੜਾ ਪੰਥ ਸਰਬੰਗੀ ਹੈ। ਹਰ ਤਰ੍ਹਾਂ ਦੇ ਸਿੱਖ ਨੇ ਇਸ ਪੰਥ ਦੇ ਵਿੱਚ, ਅਮੀਰ ਨੇ, ਗਰੀਬ ਨੇ, ਮਿਸਤਰੀ ਨੇ, ਕੋਈ ਦਿਹਾੜੀ ਕਰਦਾ ਹੈ, ਕੋਈ ਕਿਰਤੀ ਸਿੱਖ ਹੈ, ਕੋਈ ਵਪਾਰ ਕਰਨ ਵਾਲਾ, ਕੋਈ ਲੋਹੇ ਦਾ ਕੰਮ ਕਰਨ ਵਾਲਾ ਲੁਹਾਰ, ਕੋਈ ਸੁਨਿਆਰ, ਹਰ ਪ੍ਰਕਾਰ ਦੇ ਸਿੱਖ ਨੇ ਮਹਾਰਾਜ ਦੇ ਪੰਥ ਦੇ ਵਿੱਚ। ਜਦੋਂ ਲੋੜ ਪੈਂਦੀ ਹੈ ਤੇ ਹਰ ਤਰ੍ਹਾਂ ਦੀ ਸੇਵਾ ਕਰਨ ਵਾਸਤੇ ਫਿਰ ਜਿਹਨੂੰ ਜਿਹੜੀ ਕਲਾ ਆਉਂਦੀ ਹੈ ਉਹ ਕਲਾ ਵਰਤ ਕੇ ਫਿਰ ਗੁਰੂ ਘਰ ਦੀ ਸੇਵਾ ਕਰਦਾ ਹੈ। ਜਿਨ੍ਹਾਂ ਸਿੰਘਾਂ ਨੂੰ ਰਾਜ ਮਿਸਤਰੀ ਦਾ ਕੰਮ ਆਉਂਦਾ ਸੀ ਉਹਨਾਂ ਨੇ ਉਹ ਨੀਹਾਂ ਭਰ ਕੇ ਤੇ ਇਸ ਤਰ੍ਹਾਂ ਕੰਧਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਕਿਰਤੀ ਸਿੱਖ ਸਨ, ਮਜ਼ਦੂਰ ਸਨ, ਉਹਨਾਂ ਨੇ ਇਸੇ ਤਰ੍ਹਾਂ ਉਹਨਾਂ ਸਿੰਘਾਂ ਨੂੰ ਫਿਰ ਸਾਰਾ ਸਮਾਨ ਆਦਿਕ ਫੜਾਉਣਾ ਸ਼ੁਰੂ ਕਰ ਦਿੱਤਾ ਹੈ। ਬੜੇ ਭੁਜੰਗੀ ਦਿਲ ਕੇ ਸੂਰ। ਬੜੇ ਵੱਡੇ ਭੁਜੰਗੀ ਗੁਰੂ ਦੇ ਪ੍ਰੇਮੀ ਨਿਹੰਗ ਸਿੰਘ ਤੇ ਸੂਰ ਬਹਾਦਰ ਹਨ। ਆਪੇ ਪੀਸੈ ਆਪ ਪਕਾਵੇ। ਆਪੇ ਹੀ ਪੀਸਦੇ ਨੇ, ਦਾਣਾ ਵੀ ਆਪ ਪੀਸਦੇ ਨੇ ਤੇ ਲੰਗਰ ਵੀ ਆਪੇ ਹੀ ਪਕਾਉਂਦੇ ਹਨ। ਅੱਜ ਵੀ ਬੁੱਢਾ ਦਲ ਵਿੱਚ, ਤਰਨਾ ਦਲ ਵਿੱਚ ਜਾਓ, ਨਿਹੰਗ ਸਿੰਘ ਜਥੇਬੰਦੀਆਂ ਵਿੱਚ ਇਹੀ ਮਰਿਆਦਾ ਚੱਲਦੀ ਹੈ। ਉਹ ਆਪਣੇ ਕੰਮ ਸਾਰੇ ਆਪ ਕਰਦੇ, ਲੰਗਰ ਪਾਣੀ ਦਾ ਪਹਿਰਾ, ਹਰ ਤਰ੍ਹਾਂ ਦਾ ਪਹਿਰਾ ਉਹਨਾਂ ਦਾ ਆਪਣਾ ਹੁੰਦਾ ਹੈ। ਉਹ ਉਡੀਕ ਨਹੀਂ ਕਰਦੇ ਦੂਜਾ ਆਵੇਗਾ ਤੇ ਲੰਗਰ ਛਕਾਏਗਾ ਸਾਨੂੰ। ਆਪੇ ਹੀ ਪੀਸਦੇ ਨੇ, ਆਪੇ ਹੀ ਲੰਗਰ ਪਕਾਉਂਦੇ ਹਨ। ਤੋਂ ਬੜੇ ਸਰਦਾਰ ਕਹਾਵੇ। ਫਿਰ ਉਹ ਆਪਣੇ ਆਪ ਨੂੰ ਸਭ ਤੋਂ ਵੱਡੇ ਸੌਦਾਗਰ ਕਹਾਉਂਦੇ ਹਨ। ਜੋ ਕਰੇ ਸਿੰਘ ਬਹੁਤੋ ਕੰਮ। ਜਿਹੜਾ ਸਿੰਘ ਵੱਧ ਚੜ ਕੇ ਅੱਗੇ ਬਹੁਤਾ ਕੰਮ ਕਰਦਾ ਨਾ, ਬਹੁਤੀ ਸੇਵਾ ਕਰਦਾ ਹੈ। ਧੰਨ ਧੰਨ ਕਹੈ ਸਿੰਘ ਤਿਸੈ ਜਾਮਾ। ਤੇ ਸਾਧ ਸੰਗਤ ਸਾਰੇ ਸਿੰਘ ਕਹਿੰਦੇ ਸਿੰਘਾ ਤੂੰ ਧੰਨ ਹੈ, ਧੰਨ ਹੈ, ਇੰਨੀ ਸੇਵਾ ਕਰਦਾ, ਗੁਰੂ ਦੀ ਬੜੀ ਕਿਰਪਾ ਤੇਰੇ ਉੱਪਰ, ਤੇਰਾ ਤਾਂ ਜਨਮ ਹੀ ਸੰਸਾਰ ਵਿੱਚ ਧੰਨ ਹੈ। ਉਹ ਕਰੈ ਨਾ ਕਿਸੀ ਸ਼ਰੀਕਾ। ਕੋਈ ਸਿੰਘ ਕਿਸੇ ਨਾਲ ਸ਼ਰੀਕਾ ਨਹੀਂ ਕਰਦਾ। ਕੋਈ ਨਾ ਸੁਣਾਵੇ ਦੁਖ ਨਿਜ ਜੀਕਾ। ਕੋਈ ਆਪਣੇ ਹਿਰਦੇ ਦਾ ਦੁੱਖ ਨਹੀਂ ਸੁਣਾਉਂਦਾ ਦੂਜੇ ਨੂੰ, ਵੀ ਮੈਨੂੰ ਕੋਈ ਬਿਮਾਰੀ ਹੈ, ਮੈਨੂੰ ਕੋਈ ਚੋਟ ਸੱਟ ਲੱਗੀ ਹੈ, ਅੰਦਰ ਦਾ ਦੁੱਖ ਨਹੀਂ ਕਿਸੇ ਨੂੰ ਸੁਣਾਉਂਦੇ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਅੰਦਰ ਦੀ ਗੱਲ ਗੁਰੂ ਨੂੰ ਹੀ ਸੁਣਾਉਂਦੇ ਨੇ। ਅੰਦਰ ਦਾ ਦੁੱਖ ਅੰਦਰ ਹੀ ਰੱਖਦੇ ਨੇ, ਕਿਸੇ ਨਾਲ ਸ਼ਰੀਕਾ ਨਹੀਂ ਕਰਦੇ। ਭਰਾਵਾਂ ਵਾਲਾ ਪ੍ਰੇਮ ਉੱਥੇ ਇੱਕ ਦੂਜੇ ਨਾਲ ਕਰਦੇ ਹਨ। ਕੰਧ ਬਣਾਵੇ ਦੋੜੇ ਲੋੜ। ਦੌੜ ਦੌੜ ਕੇ ਕੰਧ ਬਣਾਉਂਦੇ ਹਨ। ਹਾਂਜੀ, ਜਿਮ ਬੰਦਰ ਪੁਲ ਬੰਦਰ ਧੋੜ। ਸਾਧ ਸੰਗਤ ਜੀ, ਜਿਵੇਂ ਜਦੋਂ ਰਾਵਣ ਸੀਤਾ ਖੋਹ ਕੇ ਲੈ ਗਿਆ ਨਾ ਲੰਕਾ ਦੇ ਵਿੱਚ, ਤੇ ਵੱਡਾ ਸਮੁੰਦਰ ਪੈਂਦਾ ਸੀ ਤੇ ਰਾਮਚੰਦਰ ਜੀ ਨੇ ਉੱਥੇ ਪੁਲ ਬਣਾਉਣਾ ਸੀਗਾ। ਤੇ ਜਿੰਨੇ ਵੀ ਫਿਰ ਉੱਥੇ ਬਾਂਦਰ ਸਨ ਉਹਨਾਂ ਦੀ ਡਿਊਟੀ ਲਾਈ ਗਈ। ਉਹ ਪਰਬਤ ਲਿਆਉਂਦੇ ਨੇ, ਦੌੜ ਦੌੜ ਕੇ ਜਾ ਕੇ ਭੱਜ ਕੇ ਜਾਂਦੇ ਨੇ, ਪਰਬਤ ਲਿਆਉਂਦੇ ਨੇ, ਪੱਥਰ ਲਿਆਉਂਦੇ ਨੇ ਤੇ ਲਿਆ ਕੇ ਉੱਥੇ ਚੁਣਦੇ ਨੇ। ਇਸ ਤਰ੍ਹਾਂ ਉਹਨਾਂ ਨੇ ਪੁਲ ਬਣਾਇਆ ਤੇ ਪੁਲ ਬਣਾ ਕੇ ਉੱਥੋਂ ਲੰਘ ਕੇ ਫਿਰ ਉਹ ਲੰਕਾ ਵਿੱਚ ਗਏ ਤੇ ਰਾਵਣ ਨਾਲ ਯੁੱਧ ਕੀਤਾ ਉਹਨਾਂ ਨੇ। ਇਸ ਪ੍ਰਕਾਰ ਗੁਰੂ ਕੇ ਜਿਹੜੇ ਸਿੰਘ ਨੇ ਉਹ ਦੌੜ ਦੌੜ ਕੇ ਸਮਾਨ ਲੈ ਕੇ ਆਉਂਦੇ, ਕੋਈ ਇੱਟਾਂ ਲਿਆ ਰਿਹਾ, ਕੋਈ ਗਾਰਾ ਆਦਿਕ ਲੈ ਕੇ ਆ ਰਿਹਾ ਹੈ। ਇਸ ਤਰ੍ਹਾਂ ਭੱਜ ਭੱਜ ਕੇ ਉਹ ਸੇਵਾ ਕਰਦੇ ਹਨ। ਚਾਰੇ ਲੰਗਾ ਲੈ ਤੁਰੇ।
ਨਾਹੀਂ ਥਕਾਏ। ਇਸ ਤਰ੍ਹਾਂ ਚਾਰੇ ਪਾਸੇ ਚਾਰੇ ਬਾਹੀਆਂ ਲੈ ਕੇ ਤੁਰ ਪਏ। ਚਾਰ ਚੁਫੇਰੇ ਕੰਧਾਂ ਬਣਾਈਆਂ ਨੇ ਸਿੰਘਾਂ ਨੇ, ਤੇ ਇੱਕੋ ਜੀਆਂ ਕੰਧਾਂ ਜਿਹੜੀਆਂ ਉਹ ਸਾਰੀਆਂ ਸ਼ੁਰੂ ਕਰ ਦਿੱਤੀਆਂ। ਦਿਨ ਰਾਤ ਦੌੜਦੇ ਜਾਂਦੇ ਨੇ, ਸੇਵਾ ਕਰਦੇ ਰਹਿੰਦੇ ਨੇ, ਕੰਮ ਕਰਦੇ ਨੇ, ਥੱਕਦੇ ਨਹੀਂ ਹਨ। ਹੌਲੀ ਹੌਲੀ ਜਿਉ ਕਹੈ ਤਿਮ ਤਿਮ ਦੌੜ ਕਮਾਹੇ। ਹੌਲੀ ਹੌਲੀ ਸਾਧ ਸੰਗਤ ਜੀ ਸੇਵਾ ਕਰਦੇ ਜਾ ਰਹੇ ਨੇ ਤੇ ਦੌੜ ਦੌੜ ਕੇ ਸੇਵਾ ਕਮਾਉਂਦੇ ਹਨ। ਜੋ ਪਈ ਬੁਰਜ ਦਰਵਾਜੇ ਬਣਾਇਓ ਵੱਡ ਖਾਸ। ਹੌਲੀ ਹੌਲੀ ਜਿਉਂ ਕਹੈ, ਇੱਕ ਦੌੜ ਕੇ ਜਾਂਦਾ, ਦੂਜਾ ਕਹਿੰਦਾ ਸਿੰਘਾ ਆਰਾਮ ਨਾਲ, ਕੋਈ ਗੱਲ ਨਹੀਂ, ਆਰਾਮ ਨਾਲ ਜਾਓ। ਉਹ ਜਿਵੇਂ ਦੂਸਰਾ ਫਿਰ ਕਹਿੰਦਾ ਨਾ ਵੀ ਹੌਲੀ ਸੇਵਾ ਕਰੋ, ਫਿਰ ਹੋਰ ਦੌੜ ਕੇ ਜਾਂਦੇ ਨੇ ਵੀ ਭੱਜ ਭੱਜ ਕੇ ਸੇਵਾ ਲੁੱਟੀਏ। ਇਸ ਤਰ੍ਹਾਂ ਦਾ ਨਿਸ਼ਚਾ ਤੇ ਇਹੋ ਜੀ ਦਲੇਰੀ ਸਿੰਘਾਂ ਦੇ ਅੰਦਰ ਹੈ। ਬੁਰਜ ਦਰਵਾਜੇ ਬਣਾਇਓ ਵੱਡ ਖਾਸ। ਪਹਿਲਾਂ ਉਹਨਾਂ ਨੇ ਬੁਰਜ ਬਣਾਏ ਸਿੰਘਾਂ ਨੇ, ਤੇ ਇੱਕ ਵੱਡਾ ਖਾਸ ਦਰਵਾਜ਼ਾ ਬਣਾਇਆ ਹੈ। ਵੰਡਿਓ ਸੂ ਮਰਨੋ ਤਹਿ ਥਾਂ ਵਾਸ। ਹੁਣ ਸਿੰਘਾਂ ਨੇ ਉਸੇ ਜਗ੍ਹਾ ਤੇ ਵਾਸਾ ਕਰ ਲਿਆ ਤੇ ਮਰਨਾ ਮੰਡ ਲਿਆ ਹੈ। ਜੋ ਲੱਭਿਓ ਕਿਛ ਖਰਚ ਸੁਪਾਇਓ। ਇਹਦਾ ਨਾਮ ਸੀ ਪਹਿਲਾਂ ਰਾਮ ਰੌਣੀ। ਇਹ ਜਿਹੜੀ ਬਣਾਈ ਸੀ ਨਾ ਸਿੰਘਾਂ ਨੇ ਗੜੀ, ਇਹਦਾ ਨਾਮ ਰਾਮ ਰੌਣੀ ਰੱਖਿਆ ਸੀ। ਰੌਣੀ ਕਿਉਂ ਰੱਖਿਆ ਸੀ? ਰੌਣੀ ਖਾਈ ਨੂੰ ਕਹਿੰਦੇ ਨੇ। ਤੇ ਹੁਣ ਜਿਹੜੀ ਖੂਹੀ ਸੀ ਉਹ ਗੁਰੂ ਰਾਮਦਾਸ ਮਹਾਰਾਜ ਦੀ ਬਣਾਈ ਸੀ। ਭਾਈ ਰਤਨ ਸਿੰਘ ਜੀ ਨੇ ਜੈਸੇ ਪਹਿਲਾਂ ਲਿਖਿਆ, ਤੇ ਉਹ ਖੂਹੀ ਵੜ ਲਈ ਸਿੰਘਾਂ ਨੇ, ਤੇ ਖਾਣੀ ਉੱਥੇ ਚਾਰ ਚੁਫੇਰੇ ਖਾਈ ਪੁੱਟ ਲਈ ਡੂੰਘੀ ਸਾਰੀ ਕਰਕੇ ਨਾ ਸਿੰਘਾਂ ਨੇ, ਵੀ ਤਾਂ ਕਿ ਕੋਈ ਹਮਲਾ ਸਿੱਧਾ ਨਾ ਕਰ ਸਕੇ। ਖਾਈ ਹੋਵੇ ਤੇ ਖਾਈ ਟੱਪ ਕੇ ਕੋਈ ਆਵੇਗਾ, ਪਹਿਲਾਂ ਖਾਈ ਟੱਪੇਗਾ ਫਿਰ ਹਮਲਾ ਕਰੇਗਾ, ਕੋਈ ਸਿੱਧਾ ਨਾ ਹਮਲਾ ਕਰੇ, ਡਾਇਰੈਕਟ ਹਮਲਾ ਨਾ ਕਰੇ, ਤੇ ਉਹ ਖਾਈ ਪੁੱਟ ਲਈ। ਉਹਨੂੰ ਰੌਣੀ ਕਹਿੰਦੇ ਨੇ। ਤੇ ਉਹਦਾ ਨਾਮ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਪਾਇਆ ਰਾਮ, ਤੇ ਰੌਣੀ ਖਾਈ ਕਰਕੇ ਉਹਦਾ ਨਾਮ ਪੈ ਗਿਆ। ਉਹਨੂੰ ਰਾਮ ਰੌਣੀ ਕਹਿੰਦੇ ਨੇ। ਤੇ ਇਸ ਕਿਲੇ ਦਾ ਨਾਮ ਫਿਰ ਰਾਮਗੜ੍ਹ ਪਿਆ। ਰਾਮਗੜ੍ਹ ਤੋਂ ਫਿਰ ਰਾਮਗੜੀਆ ਅੱਲ ਚੱਲੀ। ਕਿਹੜੀ ਅੱਲ ਚੱਲੀ? ਗਿਆਨੀ ਭਗਵਾਨ ਸਿੰਘ ਜੀ ਦੇ ਸੁਪੁੱਤਰ ਸਨ ਸਰਦਾਰ ਜੱਸਾ ਸਿੰਘ ਰਾਮਗੜੀਆ। ਉਹਨਾਂ ਨੇ ਫਿਰ ਇੱਥੇ ਬਾਅਦ ਵਿੱਚ ਕਿਲਾ ਬਣਾਇਆ, ਉਹਦੀ ਸੇਵਾ ਕੀਤੀ ਕਿਲੇ ਦੀ, ਤੇ ਉਹਨਾਂ ਦੀ ਅੱਲ ਪੈ ਗਈ ਰਾਮਗੜੀਆ। ਇਸ ਰਾਮ ਰੌਣੀ ਤੋਂ ਉਹਨਾਂ ਦੀ ਅੱਲ ਪਈ ਸੀ। ਤਰਖਾਣ ਸਿੱਖ ਸਨ, ਉਹਨਾਂ ਨੇ ਸੇਵਾ ਕੀਤੀ, ਕਿਲਾ ਬਣਾਇਆ, ਉਹਨਾਂ ਦੀ ਅੱਲ ਪੈ ਗਈ ਰਾਮਗੜੀਆ। ਤੇ ਇਹ ਕਿਲਾ ਜਿਹੜਾ ਸੀ ਉਹਨਾਂ ਨੂੰ ਹੀ ਸੌਂਪ ਦਿੱਤਾ ਖਾਲਸੇ ਪੰਥ ਨੇ ਵੀ ਇਹ ਤੁਹਾਡਾ ਹੀ ਅੱਜ ਤੋਂ ਬਾਅਦ। ਫਿਰ ਉਹਦਾ ਨਾਮ ਸੀ ਰਾਮਗੜ੍ਹ ਪੈ ਗਿਆ। ਕਿਤੇ ਰਾਮ ਰੌਣੀ ਨਾਂ ਸੀ, ਸਿੰਘਾਂ ਨੇ ਵੱਡਾ ਪੱਕਾ ਕਿਲਾ ਬਣਾਇਆ ਤੇ ਰਾਮਗੜ੍ਹ ਕਿਲਾ। ਉਥੋਂ ਸਰਦਾਰ ਜੱਸਾ ਸਿੰਘ ਦੀ ਅੱਲ ਰਾਮਗੜੀਆ ਪੈ ਗਈ। ਕਿਉਂ? ਰਾਮਗੜ੍ਹ ਕਿਲੇ ਵਾਲੇ, ਫਿਰ ਰਾਮਗੜੀਆ ਅੱਲ ਪਈ ਉਹਨਾਂ ਦੀ। ਇਹਨਾਂ ਤੋਂ ਇੱਕ ਮਿਸਲ ਵੀ ਚੱਲੀ ਸੀ ਸਰਦਾਰ ਜੱਸਾ ਸਿੰਘ ਜੀ ਤੋਂ, ਉਹ ਜਿਹੜੀ ਸੀ ਰਾਮਗੜੀਆ ਮਿਸਲ। ਇੱਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਨ, ਉਹਨਾਂ ਤੋਂ ਆਹਲੂਵਾਲੀਆ ਜਿਹੜੀ ਮਿਸਲ ਚੱਲੀ ਸੀ। ਆਲ ਪਿੰਡ ਇਹਨਾਂ ਦੇ ਬਜ਼ੁਰਗਾਂ ਨੇ ਵਸਾਇਆ ਸੀ। ਆਲੂ ਪਿੰਡ ਤੋਂ ਹੌਲੀ ਹੌਲੀ ਇਹਨਾਂ ਦਾ ਨਾਮ ਫਿਰ ਆਹਲੂਵਾਲੀਆ ਪੈ ਗਿਆ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਕੇ ਸਿੰਘਾਂ ਨੇ ਰਾਮ ਰੌਣੀ ਜਿਹੜੀ ਇਹ ਬਣਾ ਲਈ। ਇਹਦੇ ਵਿੱਚ ਜੋ ਲੱਭਿਓ ਕਿਛ ਖਰਚ ਸੋ ਪਾਇਓ। ਜੋ ਕੁਝ ਸਿੰਘਾਂ ਨੂੰ ਲੱਭ ਗਿਆ ਉਹਨਾਂ ਨੇ ਲਿਆ ਕੇ ਉਹ ਸਾਰਾ ਖਰਚਾ ਜਿਹੜਾ ਅੰਦਰ ਪਾ ਲਿਆ ਹੈ। ਹਾਂਜੀ, ਲੁੱਟਿਓ ਲੁੱਟਿਓ ਕੁੱਟਿਓ ਥੋ ਜੋ ਭੁੱਜ ਚਾਇਓ। ਇਸ ਤਰ੍ਹਾਂ ਲੁੱਟਿਆ ਕੁੱਟਿਆ ਜੋ ਕੁਝ ਵੀ ਮਿਲਿਆ ਸਭ ਕੁਝ ਲਿਆ ਕੇ ਅੰਦਰ ਰੱਖ ਲਿਆ। ਭਾਵ ਖਰਚੇ ਦਾ ਮਤਲਬ ਇਹ ਹੈ ਵੀ ਰਸਤਾ ਪਸਤਾ ਲਿਆ ਕੇ ਰੱਖ ਲਈਆਂ ਸਿੰਘਾਂ ਨੇ ਅੰਦਰ। ਜੋ ਕੁਝ ਚਾਹੀਦਾ ਸੀ ਲੰਗਰ ਪਾਣੀ ਵਾਸਤੇ, ਸ਼ਸਤਰ ਲਿਆ ਕੇ ਰੱਖ ਲਏ। ਇਸ ਤਰ੍ਹਾਂ ਸਾਰਾ ਜ਼ਖੀਰਾ ਜਿਹੜਾ ਰਾਮ ਰੌਣੀ ਦੇ ਅੰਦਰ ਰੱਖ ਲਿਆ ਹੈ। ਚਾਰ ਔਰ ਤੇ ਰੌਣੀ ਬਣਾਈ। ਚਾਰ ਚੁਫੇਰੇ ਰੌਣੀ ਬਣਾ ਲਈ, ਭਾਵ ਖਾਈ ਪੁੱਟ ਲਈ ਹੈ। ਰੌਣੀ ਨਾਮ ਸਦਾਈ। ਇਸ ਕਰਕੇ ਫਿਰ ਇਹਨੂੰ ਰਾਮ ਰੌਣੀ ਕਹਿਣ ਲੱਗ ਪਏ ਹਨ। ਲਏ ਭੂਏ ਮੋਰਚੇ ਪੁਟਾਏ। ਇਸ ਤਰ੍ਹਾਂ ਹੇਠਲੇ ਪਾਸੇ ਸਿੰਘਾਂ ਨੇ ਮੋਰਚੇ ਪੱਟ ਲਏ ਹਨ। ਖਾਈ ਲਈ ਅਤ ਗਹਿਰ ਕਰਾਏ। ਜਿਹੜੀ ਚਾਰ ਚੁਫੇਰੇ ਖਾਈ ਸੀ ਨਾ ਬਹੁਤੀ ਡੂੰਘੀ ਸਿੰਘਾਂ ਨੇ ਕਰ ਦਿੱਤੀ ਹੈ। ਆਪ ਉਸਾਰੇ। ਆਪੇ ਹੀ ਜ਼ਮੀਨ ਪੱਟਦੇ ਨੇ ਤੇ ਆਪੇ ਹੀ ਕੰਧਾਂ ਉਸਾਰਦੇ ਹਨ। ਰਾਜ ਮਜਦੂਰ ਸਿੰਘ ਗੁਰੂ ਪਿਆਰੇ। ਗੁਰੂ ਕੇ ਪਿਆਰੇ ਸਿੰਘ ਆਪੇ ਹੀ ਰਾਜ ਮਿਸਤਰੀ ਨੇ, ਆਪੇ ਹੀ ਮਜ਼ਦੂਰ ਹਨ। ਰਾਤ ਦਿਵਸ ਕਰ ਕੰਧ ਚਨਾਈ। ਰਾਤ ਦਿਨ ਇੱਕ ਕਰਕੇ ਸਿੰਘਾਂ ਨੇ ਕੰਧ ਚੜਾ ਦਿੱਤੀ ਹੈ। ਆਸਰੋ ਲਿਓ ਬਣਾਈ। ਇਸ ਤਰ੍ਹਾਂ ਉਹਨਾਂ ਨੇ ਆਪਣਾ ਕੁਝ ਕੁ ਸਹਾਰਾ, ਕੁਝ ਕੁ ਆਸਰਾ ਬਣਾ ਲਿਆ ਹੈ। ਸਿੰਘ ਪੰਜ ਸੈ ਭਇਓ ਉਹਾਂ ਸਾਰੋ। ਹੁਣ ਉੱਥੇ ਸਭ ਤੋਂ ਵੱਡੀ ਮੁਸੀਬਤ ਜਾਂ ਔਖੀ ਗੱਲ ਸਿੰਘਾਂ ਲਈ ਇਹ ਬਣ ਗਈ ਵੀ ਉਹ ਰਾਮ ਰੌਣੀ ਜਿਹੜੀ ਗੜੀ ਬਣਾਈ ਸੀ ਉਹ ਕਾਫੀ ਛੋਟੀ ਸੀ। ਉਹਦੇ ਵਿੱਚ ਕੇਵਲ 500 ਸਿੰਘ ਹੀ ਆਇਆ। ਇਸ ਤੋਂ ਜ਼ਿਆਦਾ ਸਿੰਘ ਉਹਦੇ ਵਿੱਚ ਪ੍ਰਵੇਸ਼ ਨਾ ਕਰ ਸਕੇ। ਇਹ ਵੀ ਸਿੰਘਾਂ ਵਾਸਤੇ ਔਖੀ ਗੱਲ ਹੋਈ। ਦਲ ਪੰਥ ਦੇ ਵਿੱਚ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦੀ ਸੀ।
ਇਸ ਤਰ੍ਹਾਂ ਕੇਵਲ 500 ਸਿੰਘ ਜਿਹੜਾ ਉਹ ਰਾਮ ਰੌਣੀ ਵਿੱਚ ਰਹਿ ਸਕਿਆ ਹੈ। ਸ਼ਹੀਦ ਹੋਣ ਕੋ ਉਨ ਪ੍ਰਣ ਧਾਰੋ। ਉਹਨਾਂ 500 ਸਿੰਘਾਂ ਨੇ ਪ੍ਰਣ ਧਾਰ ਲਿਆ ਵੀ ਜਦੋਂ ਵੀ ਸਮਾਂ ਆਇਆ ਲੋੜ ਪਈ ਤੇ ਅਸੀਂ ਪੰਥ ਵਾਸਤੇ ਸ਼ਹੀਦ ਹੋਵਾਂਗੇ। ਹੋਰ ਜਿਆਗ ਕੀ ਜਗ੍ਹਾ ਥੀ ਨਹੀਂ। ਇਸ ਤੋਂ ਇਲਾਵਾ ਹੋਰ ਜ਼ਿਆਦੇ ਸਿੰਘਾਂ ਦੀ ਰਹਿਣ ਦੀ ਜਿਹੜੀ ਜਗ੍ਹਾ ਉਸ ਕਿਲੇ ਵਿੱਚ ਨਹੀਂ ਹੈ। ਇਸ ਵਿੱਚ ਸਿੰਘ ਵੜੈ ਘਣੇ ਨਹੀਂ। ਇਸ ਕਰਕੇ ਫਿਰ ਬਹੁਤੇ ਜਿਹੜੇ ਸਿੰਘ ਸਨ ਇੱਥੇ ਪ੍ਰਵੇਸ਼ ਨਾ ਹੋ ਸਕੇ ਤੇ ਬਾਕੀ ਸਿੰਘ ਫਿਰ ਇੱਧਰ ਜੰਗਲਾਂ ਦੇ ਵਿੱਚ ਝੱਲਾਂ ਵਿੱਚ ਚਲੇ ਗਏ। ਜਿਵੇਂ ਪਹਿਲਾਂ ਖੱਡਾਂ ਵਿੱਚ ਰਹਿੰਦੇ ਸਨ ਤੇ ਉੱਥੇ ਜਾ ਕੇ ਉਹਨਾਂ ਵਾਸਾ ਕਰ ਲਿਆ ਤੇ 500 ਸਿੰਘ ਜਿਹੜੇ ਇੱਥੇ ਆ ਕੇ ਰਹਿਣ ਲੱਗ ਪਏ। ਹੁਣ ਮੀਰ ਮੰਨੂ ਨੂੰ ਪਤਾ ਲੱਗ ਗਿਆ, ਉਹਨੇ ਹਮਲਾ ਕਰਾਇਆ ਸਿੰਘਾਂ ਦੇ ਉੱਤੇ। ਇਹਨੇ ਬਾਅਦ ਵਿੱਚ ਸਿੰਘਾਂ ਦੇ ਨਾਲ, ਕਿਉਂਕਿ ਸਿੰਘਾਂ ਕੋਲੋਂ ਮਦਦ ਲਈ ਸੀ ਮੀਰ ਮੰਨੂ ਨੇ ਤੇ ਸਿੰਘਾਂ ਨਾਲ ਸੰਧੀ ਕਰ ਲਈ ਸੀ, ਪਰ ਇੱਕ ਵਾਰੀ ਮੀਰ ਮੰਨੂ ਨੇ ਵੀ ਸਿੰਘਾਂ ਤੇ ਹਮਲਾ ਕਰ ਦਿੱਤਾ। ਅਦੀਨਾ ਬੇਗ, ਜਿਹਨੂੰ ਦੀਨਾ ਬੇਗ ਵੀ ਕਹਿੰਦੇ ਨੇ, ਇਹ ਜਲੰਧਰ ਦਾ ਗਵਰਨਰ ਸੀਗਾ, ਇਹਨੂੰ ਫੌਜਾਂ ਦੇ ਕੇ ਤੇ ਰਾਮ ਰੌਲੀ ਤੇ ਹਮਲਾ ਕਰਨ ਵਾਸਤੇ ਭੇਜ ਦਿੱਤਾ। ਆਪਾਂ ਇਹ ਕਥਾ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ, ਅਨਾਥ ਸਖੇ, ਦੀਨ ਦਰਦ, ਹੇ ਸਮਰੱਥ, ਅਗੰਮ ਪੂਰਨ, ਮੋਹਿ ਮਇਆ, ਅੰਧਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰਿ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।